ਵਿਰੋਧ ਤਗੜੇ ਬੰਦੇ ਦਾ ਹੁੰਦਾ ਹੈ, ਕਮਜ਼ੋਰ ਬੰਦੇ ਦਾ ਕਦੀ ਵਿਰੋਧ ਨਹੀਂ ਹੁੰਦਾ। ਪਰ ਇਹ ਤਗੜਾ ਬੰਦਾ 2017 ਚ ਵਿਰੋਧ ਦੇ ਕਾਰਨ ਹਾਰ ਚੁੱਕਾ। ਇੱਕ ਬਹੁਤ ਹੀ ਸਮਾਜ ਸੇਵਕ ਉੱਚ ਆਗੂ ਜਿਨ੍ਹਾਂ ਦਾ ਕਿ ਹਲਕਾ ਉੱਤਰੀ ਦੇ ਵਿੱਚ ਕਾਫੀ ਜ਼ਿਆਦਾ ਕੱਦ ਵੱਡਾ ਵੀ ਪਾਇਆ ਜਾਂਦਾ ਵਾ, ਪੂਰੇ ਸ਼ਹਿਰ ਦੇ ਵਿੱਚ ਉਹਨਾਂ ਨੇ ਬਿਨਾਂ ਕਿਸੇ ਲੀਡਰ ਦੀ ਫੋਟੋ ਲਗਾਇਆ, ਪੋਸਟਰ ਵੀ ਲਗਾਏ ਨੇ, ਤੇ ਸੁਣਨ ਦੇ ਵਿੱਚ ਇਹ ਵੀ ਆ ਰਿਹਾ ਕਿ ਸ਼ਾਇਦ ਉਹ ਅਨਿਲ ਜੋਸ਼ੀ ਜੀ ਦਾ ਵਿਰੋਧ ਵੀ ਕਰਨਗੇ। ਤੁਹਾਡਾ ਇਸ ਸਭ ਦੇ ਬਾਰੇ ਫਿਰ ਕੀ ਕਹਿਣਾ ਵਾ ਕਿ ਬੀਜੇਪੀ ਦਾ ਦੇ ਵਿੱਚ ਅੱਗੇ ਵਿਰੋਧ ਸੀ, ਅਕਾਲੀ ਦਲ ਦੇ ਵਿੱਚ ਵੀ ਵਿਰੋਧ ਹੋਵੇਗਾ, ਤੇ ਅਨਿਲ ਜੋਸ਼ੀ ਜੀ ਆਪਣੀ ਸੀਟ ਕਿਸ ਤਰੀਕੇ ਨਾਲ ਜਿੱਤ ਲੈਣਗੇ? ਰਾਸ਼ਟਰੀ ਧਵਜ ਇੱਥੇ ਜਿਹੜਾ ਲੱਗਾ ਹੈ ਉਹ ਅਸੀਂ ਨਹੀਂ ਮੂੰਹ ਬੋਲ ਰਹੇ, ਉਹ ਖੁਦ ਪਾਰਕ ਕਹਿ ਰਿਹਾ ਹੈ ਕਿ ਜੋਸ਼ੀ ਸਾਹਿਬ ਨੂੰ ਲਿਆਓ ਜਿਨ੍ਹਾਂ ਨੇ ਇਹਦਾ ਸੁੰਦਰੀਕਰਨ ਕੀਤਾ ਸੀ। ਹੋਏਗਾ ਕਮਿਸ਼ਨਰ ਸਾਹਿਬ ਦੇ ਦਫ਼ਤਰ ਦੇ ਬਾਹਰ ਇੱਕ ਟੋਇਆ ਬਹੁਤ ਵੱਡਾ ਜਿਹੜੇ ਸੜਕ ਧੱਸ ਗਈ ਸੀ, ਸਾਲ ਭਰ ਉਹਨਾਂ ਕੋਲ ਨਹੀਂ ਸੀ ਭਰਿਆ ਗਿਆ। ਪਰ ਉਹਨਾਂ ਦਾ ਕਾਂਗਰਸ ਸਰਕਾਰ ਦਾ ਇਹ ਕਹਿਣਾ ਸੀ ਕਿ ਸਾਡੀ ਸਰਕਾਰ ਨਵੀਂ ਆਈ ਹੈ, ਇਹ ਜੋਸ਼ੀ ਸਾਹਿਬ ਦੇ ਟਾਈਮ ਤੇ ਕੰਮ ਕੀਤਾ ਗਿਆ ਸੀ, ਕੰਮ ਮਾੜਾ ਹੋਇਆ ਸੀ ਤਾਂ ਜਿਹੜਾ ਟੋਇਆ ਸੀ ਉਹ ਧੱਸਿਆ ਗਿਆ ਸੀ। ਤੇ ਨਹੀਂ ਤੁਸੀਂ ਕੋਈ ਸਾਲ ਲਾਤਾ ਟੋਇਆ ਭਰਨ ਨੂੰ? ਤੁਹਾਡੇ ਜਿੰਨੀ ਸਰਕਾਰ ਕਰ ਰਹੀ ਹੈ, ਆਟੇ ਦਾਲ ਦੀ ਸਕੀਮਾਂ ਜਾਂ ਆਪਣਾ ਮੈਡੀਕਲ ਨੂੰ ਲੈ ਕੇ ਕਰ ਰਹੀ ਹੈ, ਜਿਹੜੀ ਵੀ ਬਿਜਲੀ ਮਾਫ ਦਾ ਵਾਅਦਾ ਕਰ ਰਹੀ ਹੈ, ਇਹ ਸਾਰੀਆਂ ਦੇਨਾਂ ਜਿਹੜੀਆਂ ਹੈਗੀਆਂ ਇਹ ਸ਼੍ਰੋਮਣੀ ਅਕਾਲੀ ਦਲ ਦੀ ਦੇਣ ਹੈ। ਉਹ ਤਾਂ ਜੋਸ਼ੀ ਜੀ ਨੂੰ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਮਨਾਉਣਾ ਚਾਹੀਦਾ ਵਾ, ਕਿਉਂਕਿ ਇਲੈਕਸ਼ਨ ਜਿਹੜੇ ਆ ਹੁਣ ਤੇ ਬਿਲਕੁਲ ਸਿਰ ਤੇ ਆ, ਤੇ ਜੋਸ਼ੀ ਜੀ ਪੁਰਾਣੇ ਸਾਥੀਆਂ ਦੇ ਘਰਾਂ ਦੇ ਵਿੱਚ ਜਾ ਕੇ ਚਾਹਾਂ ਪੀ ਰਹੇ ਨੇ, ਜਿਹੜੇ ਰੁੱਸੇ ਹੋਏ ਸਾਥੀ ਨੇ ਉਹਨਾਂ ਦੇ ਘਰਾਂ ਦੇ ਵਿੱਚ ਕਿਉਂ ਨਹੀਂ ਜਾ ਰਹੇ? ਕੋਈ ਉਹਨਾਂ ਕੋਲ ਰੁੱਸਿਆ ਨਹੀਂ ਹੋਇਆ, ਸਭ ਨਾਲ ਸਾਰਿਆਂ ਨਾਲ ਬਹੁਤ ਪੂਰਾ ਸਮਰਥਨ ਸਾਥੀਆਂ ਦਾ ਮੰਨਿਆ, ਤੇ ਕੁਝ ਲੋਕਾਂ ਦੀਆਂ ਮਨਮੁਟਾਵ ਨਹੀਂ। ਮੇਰਾ ਸਵਾਲ ਪੂਰਾ ਸੁਣ ਲਓ। ਉਹਨਾਂ ਦਾ ਜਦੋਂ ਮਨਮੁਟਾਵ ਅਸੀਂ ਸੁਣਦੇ ਹਾਂ ਤਾਂ ਉਹਨਾਂ ਦਾ ਅਜੇ ਵੀ ਇਹੋ ਕਹਿਣਾ ਵਾ ਕਿ ਅਨਿਲ ਜੋਸ਼ੀ ਆਪਣੇ ਹੰਕਾਰ ਦੀ ਵਜ੍ਹਾ ਕਰਕੇ ਸਾਡੇ ਵੱਲ ਨਹੀਂ ਆ ਰਹੇ, ਸਾਡੇ ਵੱਲ ਆਉਣ, ਅਸੀਂ ਉਹਨਾਂ ਨਾਲ ਚੱਲਣ ਨੂੰ ਤਿਆਰ ਹਾਂ। ਤੇ ਮੇਰੇ ਸਵਾਲ ਕਰਨ ਦਾ ਮਤਲਬ ਜੋਸ਼ੀ ਜੀ ਦੇ ਖਿਲਾਫ ਨਹੀਂ ਆ। ਜੇ ਉਹ ਇਸ ਤਰੀਕੇ ਦਾ ਕੰਮ ਉਹਨਾਂ ਨੂੰ ਕੋਈ ਕੰਨੀ ਕੋਈ ਗੱਲ ਪੈਂਦੀ ਹੈ ਕਿ ਫਲਾਣਾ ਬੰਦਾ ਮੇਰੇ ਨਾਲ ਨਾਰਾਜ਼ ਆ, ਤਾਂ ਉਹਨਾਂ ਨੂੰ ਉਹਨਾਂ ਵੱਲ ਜਾਣਾ ਚਾਹੀਦਾ। ਜਿਹਦੀ ਆਪਾਂ ਇੰਟਰਵਿਊ ਕੀਤੀ ਸੀ ਇੱਕ ਤੁਹਾਡੀ ਇੰਟਰਵਿਊ ਤੋਂ ਬਾਅਦ, ਉਹਨਾਂ ਦਾ ਇਹ ਕਹਿਣਾ ਸੀ ਕਿ ਜੋਸ਼ੀ ਜੀ ਆਪਣੇ ਕਮਰੇ ਦੇ ਵਿੱਚ ਬਿਠਾ ਕੇ, ਡਰਾਈਵਰ ਰੂਮ 'ਚ ਬਿਠਾ ਕੇ ਪਰੌਂਠੀਆਂ ਖਵਾ ਦਿੰਦੇ ਨੇ, ਇਹਨਾਂ ਨੂੰ ਚਾਹ ਵਧੀਆ ਪਿਆ ਦਿੰਦੇ ਨੇ, ਸੇਵੀਆਂ ਨਾਲ ਬਿਸਕੁਟ ਵਧੀਆ ਦੇ ਦਿੰਦੇ ਨੇ, ਤੇ ਜੋਸ਼ੀ ਸਾਹਿਬ ਦੇ ਗੁਣ ਗਾਉਣੇ ਸ਼ੁਰੂ ਕਰ ਦਿੰਦੇ ਨੇ। ਤੁਸੀਂ ਦੱਸੋ ਕਿ ਇਸ ਗੱਲ ਦੇ ਵਿੱਚ ਕਿੰਨੀ ਕੁ ਸੱਚਾਈ ਹੈ? ਤੁਸੀਂ ਕਿੰਨੀ ਹੈ ਕਿ ਪਰੌਂਠੀਆਂ ਉਹਨਾਂ ਦੇ ਘਰੋਂ ਖਾ ਕੇ ਤੇ ਉਹਨਾਂ ਦਾ ਪ੍ਰਚਾਰ ਕਰਨ ਨਿਕਲਦੇ ਜੀ? ਦੇਖੋ, ਮੋਦੀ ਸਾਹਿਬ ਨੇ ਵੀ ਉਹੀ ਗੱਲ ਕੀਤੀ ਜੋ ਜੋਸ਼ੀ ਸਾਹਿਬ ਨੇ ਕਿਹਾ ਸੀ। ਦੇਖੋ, ਅੱਜ ਹੁਣ ਮੈਂ ਪੁੱਛਣਾ ਚਾਹੁੰਦਾ ਕਿ ਕਿਆ ਹੁਣ ਉਹਨਾਂ ਨੂੰ ਵੀ ਕਿਸੇ ਨੇ ਪਰੌਂਠੀਆਂ ਖਵਾਈਆਂ? ਕਿ ਇੱਕ ਅਕਾਲੀ ਦਲ ਦੇ ਯੁਵਾ ਲੀਡਰ ਦੇ ਹਲਕੇ 'ਚ ਜਿਹੜੇ ਪੋਸਟਰ ਲੱਗੇ ਨੇ, ਤੇ ਇੱਕ ਚਰਚਾ ਵੀ ਚੱਲ ਰਹੀ ਹੈ ਕਿ ਸ਼ਾਇਦ ਜੋਸ਼ੀ ਜੀ ਨਾਲ ਉਹਨਾਂ ਦੀ ਨਾਰਾਜ਼ਗੀ ਚੱਲ ਰਹੀ ਹੈ, ਤੁਹਾਡਾ ਉਹਨਾਂ ਦੇ ਬਾਰੇ ਕੀ ਕਹਿਣਾ? ਤਾਂ ਮਸਲਾ ਵਾ ਸਾਰਾ ਪਰਿਵਾਰ 'ਚ ਬਹਿ ਕੇ ਮਸਲਾ ਵੀ ਹੱਲ ਸਾਰੇ ਹੋ ਜਾਂਦੇ ਆ। ਪਰਿਵਾਰ 'ਚ ਲੋਕ ਨਾਰਾਜ਼ ਵੀ ਹੁੰਦੇ ਆ, ਕੁਛ ਆਪਣਾ ਗੌਤਮ ਅਰੋੜਾ ਜੀ, ਮੈਂ ਨਾਮ ਹੀ ਲਵਾਂਗਾ, ਉਹਨਾਂ ਨੇ ਕੁਝ ਪਰਸਨਲ ਟਿੱਪਣੀਆਂ ਕੀਤੀਆਂ ਸਨ। ਸਵਾਲ ਤਾਂ ਰਿੰਕੂ ਸ਼ਰਮਾ ਜੀ ਜਿਹੜੇ ਤੁਹਾਡੇ ਸਾਥੀ ਨੇ ਉਹਨਾਂ ਬਾਰੇ ਸੀ, ਪਰ ਰਿੰਕੂ ਸ਼ਰਮਾ ਜੀ ਨੇ ਉਸ ਸਵਾਲ ਦਾ ਜਵਾਬ ਨਹੀਂ ਸੀ ਦਿੱਤਾ। ਸ਼ਰਮਾ ਜੀ ਨੇ ਆਪਣੇ ਭਰਾ ਦੀ ਜਦੋਂ ਜਿਹੜੀ ਬਿਮਾਰੀ ਸੀ ਉਹਦੇ ਵਿੱਚ ਕਿੰਨੇ ਕੁ ਪੈਸੇ ਜਿਹੜੇ ਧੋਖੇ ਨਾਲ ਲੋਕਾਂ ਕੋਲ ਇਕੱਠੇ ਕੀਤੇ ਸਨ। ਅਰੋੜਾ ਜੀ ਨੂੰ ਇਹ ਕਹਿਣਾ ਚਾਹਾਂਗੇ, ਤੁਹਾਨੂੰ ਜ਼ਿਲ੍ਹੇ ਦਾ ਪ੍ਰਧਾਨ ਬਣਾਇਆ ਹੈ, ਤੁਹਾਨੂੰ ਯੂਥ ਦਾ ਪ੍ਰਧਾਨ ਬਣਾਇਆ ਹੈ, ਤੁਸੀਂ ਯੂਥ ਦੀ ਨੁਮਾਇੰਦਗੀ ਕਰਨੀ ਹੈ, ਯੂਥ ਤੁਹਾਡੇ ਨਾਲ ਜੁੜਿਆ ਹੈ, ਪਰ ਤੁਹਾਨੂੰ ਪਤਾ ਨਹੀਂ ਕਿਸ ਤਰ੍ਹਾਂ ਗੱਦੀ ਤੇ ਬਿਠਾਤਾ। ਉਹ ਸਾਰੇ ਸਭ ਜਾਣਦੇ ਆ ਤੁਸੀਂ ਕਿਉਂ ਗੱਦੀ ਤੇ ਬੈਠੇ, ਤੁਸੀਂ ਗੱਦੀ ਤੇ ਬਹਿਣ ਦੇ ਲਾਇਕ ਨਹੀਂ ਗਏ। ਆਪ ਗੱਲ ਦਾ ਇਸ ਕਰਕੇ ਨਹੀਂ ਦਿੱਤਾ ਕਿ ਸਾਨੂੰ ਇੰਨਾ ਥੱਲੇ ਲੈਵਲ ਤੇ ਜਾਣਾ ਸਾਨੂੰ ਨਹੀਂ ਸੰਭਵ ਹੈਗਾ ਸਾਡੇ ਕੋਲੋਂ ਕਿ ਇੱਕ ਬੰਦਾ ਮਦਦ ਕਰਕੇ ਉਹਨੂੰ ਜਿਤਾਵੇ। ਇਸ ਤੋਂ ਘਟੀਆ ਹਰਕਤ ਮੈਂ ਕਹਿੰਦਾ ਦੁਨੀਆ 'ਚ ਕੋਈ ਨਹੀਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਚੈਨਲ AK1 ਤੇ ਮੈਂ ਤੁਹਾਡਾ ਆਪਣਾ ਹੋਸਟ ਪਰਮਜੀਤ ਸਿੰਘ। ਅੱਜ ਅਸੀਂ ਖੜੇ ਹਾਂ ਜੀ ਅੰਮ੍ਰਿਤਸਰ ਦੇ ਹਲਕਾ ਉੱਤਰੀ ਦੇ ਵਿੱਚ ਜੋ ਬਣੀ ਹੋਈ ਇੱਕ ਪਾਰਕ, ਜਿਸ ਨੂੰ ਕਿ ਆਨੰਦ ਪਾਰਕ ਜਾਂ ਰੋਜ਼ ਗਾਰਡਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਦੀ ਡਿਵੈਲਪਮੈਂਟ ਮੰਤਰੀ ਸ਼੍ਰੀ ਅਨਿਲ ਜੋਸ਼ੀ ਜੀ ਵੱਲੋਂ ਕੀਤੀ ਗਈ ਸੀ। ਡਿਵੈਲਪਮੈਂਟ ਦੇ ਨਾਲ ਨਾਲ ਉਹਨਾਂ ਵੱਲੋਂ ਮਨੋਰੰਜਨ ਦੇ ਵੀ ਕਈ ਸਾਧਨ ਪੇਸ਼ ਕੀਤੇ ਗਏ ਇਸ ਹਲਕੇ ਦੇ ਵਿੱਚ, ਜਿਸ ਦੇ ਵਿੱਚ ਕਿ ਆਨੰਦ ਪਾਰਕ ਆਉਂਦੀ ਸੀ। ਇੱਕ ਸੈਰਗਾਹ ਦੇ ਤੌਰ ਤੇ ਇਸ ਨੂੰ ਡਿਵੈਲਪ ਕੀਤਾ ਗਿਆ। ਕੰਪਨੀ ਬਾਗ ਦੇ ਵਿੱਚ ਇੱਕ ਮਿਊਜ਼ੀਕਲ ਫਾਊਂਟਨ ਲਗਾਇਆ ਗਿਆ। ਇੱਥੇ ਵੀ ਉਸੇ ਹੀ ਨਾਲ ਦਾ ਇੱਕ ਲੇਜ਼ਰ ਸ਼ੋਅ ਚੱਲਦਾ ਸੀ ਜਿਹੜਾ ਕਿ ਸ਼ਾਮ ਨੂੰ ਡੇਲੀ ਚਲਾਇਆ ਜਾਂਦਾ ਸੀ, ਪਰ ਅੱਜ ਕੱਲ੍ਹ ਮੌਜੂਦਾ ਸਰਕਾਰ ਦੇ ਵਿੱਚ ਉਹ ਬੰਦ ਪਿਆ ਵਾ। ਬੱਚਿਆਂ ਦੇ ਲਈ ਇੱਕ ਚਿਲਡਰਨ ਪਾਰਕ ਬਣਾਈ ਗਈ, ਇੱਕ ਸਾਈਕਲ ਟਰੈਕ ਜੋ ਕਿ ਟ੍ਰਿਲੀਅਮ ਮਾਲ ਦੇ ਬਾਹਰ ਬਣਾਇਆ ਗਿਆ ਸਾਬਕਾ ਮੰਤਰੀ ਸ਼੍ਰੀ ਅਨਿਲ ਜੋਸ਼ੀ ਜੀ ਵੱਲੋਂ। ਅੱਜ ਉਹ ਮੌਜੂਦਾ ਅਕਾਲੀ ਦਲ ਦੇ ਵਿੱਚ ਸੀਨੀਅਰ ਮੀਤ ਪ੍ਰਧਾਨ ਦੇ ਤੌਰ ਤੇ ਕੰਮ ਕਰ ਰਹੇ ਨੇ, ਸੇਵਾ ਨਿਭਾ ਰਹੇ ਨੇ। ਉਹਨਾਂ ਦੇ ਪੁਰਾਣੇ ਸਾਥੀ ਸੰਨੀ ਚੋਪੜਾ ਜੀ ਸਾਡੇ ਨਾਲ ਮੌਜੂਦ ਨੇ, ਜਿਨ੍ਹਾਂ ਨੂੰ
ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਮੌਜੂਦਾ ਸਰਕਾਰ ਦੇ ਨਾਲ ਸ਼ਿਕਵੇ ਨੇ, ਚਾਹੇ ਉਹ ਆਨੰਦ ਪਾਰਕ ਦੀ ਅੱਜ ਖਸਤਾ ਹਾਲਤ ਹੋਵੇ, ਚਾਹੇ ਉਹ ਕੰਪਨੀ ਬਾਗ ਦਾ ਜਿਹੜਾ ਮਿਊਜ਼ਿਕ ਫਾਊਂਟੇਨ ਸੀ ਉਸ ਦੀ ਖਸਤਾ ਹਾਲਤ ਹੋਵੇ, ਚਾਹੇ ਚਿਲਡਰਨ ਪਾਰਕ ਹੋਵੇ, ਚਾਹੇ ਜਿਹੜਾ ਸਾਈਕਲ ਟਰੈਕ ਟ੍ਰਿਲੀਅਮ ਮਾਲ ਦੇ ਆਸ-ਪਾਸ ਬਣਿਆ ਸੀ ਉਸ ਦੀ ਖਸਤਾ ਹਾਲਤ ਦੀ ਅਸੀਂ ਗੱਲ ਕਰੀਏ। ਅਸੀਂ ਨਾਲ ਨਾਲ ਤੁਹਾਨੂੰ ਸ਼ਾਟ ਵੀ ਦਿਖਾਵਾਂਗੇ ਇਸ ਜਿਹੜੇ ਆਨੰਦ ਪਾਰਕ ਦੇ ਨੇ ਕਿ ਕਿੱਥੋਂ ਤੱਕ ਖਸਤਾ ਹਾਲਤ ਵਿੱਚ ਪਹੁੰਚ ਚੁੱਕੀ ਹੈ। ਇਹ ਸਾਰੇ ਮੁੱਦਿਆਂ ਪਰ ਅਸੀਂ ਗੱਲ ਕਰਨ ਜਾ ਰਹੇ ਹਾਂ ਸਨੀ ਚੋਪੜਾ ਜੀ ਨਾਲ। ਸਤਿ ਸ਼੍ਰੀ ਅਕਾਲ ਜੀ ਭਾਈ। ਸਤਿ ਸ਼੍ਰੀ ਅਕਾਲ ਭਾਜੀ। ਸਭ ਤੋਂ ਪਹਿਲੇ AK1 ਚੈਨਲ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਲਾਇਕ ਸਮਝਿਆ ਕਿ ਮੇਰੇ ਕੋ ਆਪਣਾ ਕੀਮਤੀ ਸਮਾਂ ਕੱਢ ਕੇ ਤੇ ਮੇਰੇ ਕੋ ਆਪਣਾ ਪੱਖ ਸੁਣਨ ਵਾਸਤੇ ਸਮਾਂ ਦਿੱਤਾ। ਸਨੀ ਜੀ, ਤੁਸੀਂ ਆਫ ਕੈਮਰਾ ਸਾਡੇ ਨਾਲ ਗੱਲ ਕਰ ਚੁੱਕੇ ਜੇ ਕਿ ਤੁਹਾਨੂੰ ਦਿਲੋਂ ਬੜੀ ਤਕਲੀਫ ਆ, ਕੀ ਕਹਿਣਾ ਚਾਹੋਗੇ ਸਾਰੇ ਕੰਮਾਂ ਬਾਰੇ, ਗੱਲਾਂ ਬਾਰੇ? ਦੇਖੋ ਜੀ, ਜੋਸ਼ੀ ਨੂੰ 2017 ਤੋਂ ਪਹਿਲੇ ਜਿਹੜੀ ਡਿਵੈਲਪਮੈਂਟ ਕਰਾਈ ਸੀ ਉਹਨਾਂ ਨੇ, ਉਹ ਸਾਰੇ ਲੋਕੀ ਬੱਚਾ ਜਾਣਦਾ ਹੈ। ਔਰ ਉਸ ਤੋਂ ਬਾਅਦ ਜੋਸ਼ੀ 2017 ਤੋਂ ਬਾਅਦ 2017 ਤੋਂ ਉਹਨਾਂ ਨੂੰ ਹਰਾਇਆ ਗਿਆ, ਜਿਸ ਤਰ੍ਹਾਂ ਵੀ ਹਰਾਇਆ ਗਿਆ ਤੁਹਾਨੂੰ ਪਤਾ ਹੈ। ਪਰ ਹਰਾਉਣ ਤੋਂ ਬਾਅਦ ਦੁਬਾਰਾ ਸਰਕਾਰ ਚੁਣੀ ਗਈ ਸੀ ਡਿਵੈਲਪਮੈਂਟ ਕਰਕੇ ਹੀ, ਕਿ ਸ਼ਾਇਦ ਉਸ ਤੋਂ ਜ਼ਿਆਦਾ ਜੋਸ਼ੀ ਸਾਹਿਬ ਤੋਂ ਜ਼ਿਆਦਾ ਡਿਵੈਲਪਮੈਂਟ ਹੋ ਪਾਏਗੀ। ਪਰ ਤੁਸੀਂ ਹੁਣ ਤਕਰੀਬਨ 5 ਸਾਲ ਪੂਰੇ ਹੋਣ ਨੂੰ ਆ ਗਏ ਹੈ, ਉਹ ਤੁਸੀਂ ਹੁਣ ਮੌਜੂਦਾ ਸਰਕਾਰ ਦੇ ਹਾਲਾਤ ਦੇਖੋ। ਪਾਰਕ ਦੇ ਮਿਊਜ਼ੀਕਲ ਫਾਊਂਟਨ ਵੀ ਇੱਥੇ ਹੈਗਾ ਵਾ। ਸਭ ਤੋਂ ਪਹਿਲੇ ਆਪਾਂ ਆਪਣਾ ਰਾਸ਼ਟਰੀ ਧਵਜ ਦੀ ਗੱਲ ਕਰੀਏ। ਜੋਸ਼ੀ ਸਾਹਿਬ ਦੇ ਸਮੇਂ 'ਤੇ ਰਾਸ਼ਟਰੀ ਧਵਜ ਲਹਿਰਾਇਆ ਜਾਂਦਾ ਸੀ, ਬਕਾਇਦਾ ਥੱਲੇ ਪੂਰੀ ਲਾਈਟਿੰਗ ਦਾ ਪ੍ਰਬੰਧ ਸੀ। ਪਿਛਲੇ ਅੱਜ ਤੋਂ 2-3 ਸਾਲ ਪਹਿਲੇ ਅਸੀਂ ਆ ਕੇ ਦੇਖਿਆ ਕਿ ਇੱਥੇ ਰਾਸ਼ਟਰੀ ਧਵਜ ਤਾਂ ਲੱਗਾ ਹੋਇਆ ਸੀ ਪਰ ਥੱਲੇ ਲਾਈਟਾਂ ਬੰਦ ਸੀ। ਉਸ ਚੀਜ਼ ਦਾ ਜੋਸ਼ੀ ਸਾਹਿਬ ਨੇ ਵੀ ਇੱਥੇ ਆ ਕੇ ਆਪਣੀ ਬਾਈਟ ਦਿੱਤੀ ਸੀ। ਉਹ 'ਚ ਦੱਸਿਆ ਗਿਆ ਸੀ ਕਿ ਵੀ ਜਿਹੜਾ ਰਾਸ਼ਟਰੀ ਧਵਜ ਹੈ ਉਹਨੂੰ ਹਨੇਰੇ ਵਿੱਚ ਨਹੀਂ ਰੱਖਣਾ ਇੱਕ ਅਪਰਾਧ ਹੈ। ਤਾਂ ਜਿਹਦੇ ਬਾਅਦ ਮੌਜੂਦਾ ਸਰਕਾਰ ਦੇ ਨੁਮਾਇੰਦੇ ਵੀ ਹਰਕਤ 'ਚ ਆਏ, ਉਹਨਾਂ ਨੇ ਇੱਥੋਂ ਰਾਸ਼ਟਰੀ ਧਵਜ ਹੀ ਹਟਾਤਾ, ਜਦ ਕਿ ਇੱਕ ਰਾਸ਼ਟਰੀ ਧਵਜ ਦੇ ਥੱਲੇ ਲਾਈਟਿੰਗ ਦਾ ਅਰੇਂਜਮੈਂਟ ਕਰਦੇ, ਉਹਨੂੰ ਸੁੰਦਰਤਾ ਦਾ ਰੂਪ ਦਿੰਦੇ। ਜਦ ਕਿ ਉਹਨਾਂ ਕੋਲ ਕੁਛ ਵੀ ਮਤਲਬ ਇਹ ਸਰਕਾਰ ਦੇ ਵਿੱਚ ਦੇਖੋ ਕਰਨਾ ਕੀ ਸੀ, ਸਭ ਕੁਝ ਲੱਗਾ ਲਗਾਇਆ ਪ੍ਰੋਗਰਾਮ ਹੈ, ਉਹਨੂੰ ਚਲਾਉਣਾ ਹੀ ਸੀ। ਕਹਿਣ ਦਾ ਮਤਲਬ ਹੈ ਜੋਸ਼ੀ ਸਾਹਿਬ ਦੇ ਕਰਾਏ ਗਏ ਕੰਮਾਂ ਦੀ ਇਹਨਾਂ ਕੋਲ ਉਹ ਕੰਮ ਚਲਾਏ ਵੀ ਨਹੀਂ ਗਏ, ਉਹਨਾਂ ਦੀ ਮੇਨਟੇਨੈਂਸ ਨਹੀਂ ਹੋ ਸਕੀ, ਉਹਨਾਂ ਦੀ ਰਿਪੇਅਰ ਨਹੀਂ ਹੋ ਸਕੀ। ਅੱਜ ਤੁਸੀਂ ਪਾਰਕ ਦਾ ਹਾਲ ਦੇਖੋ, ਕਿੰਨੀ ਗੰਦਗੀ ਹੈ, ਕੀ ਹਾਲ ਹੋਇਆ ਪਿਆ। ਤਾਰਾਂ ਦੇ ਜੋੜ ਦੇਖੋ ਕਿਵੇਂ ਤਾਰਾਂ ਵਿਖਰੀਆਂ ਪਈਆਂ, ਹਾਈ ਟੈਂਸ਼ਨ ਤਾਰਾਂ ਵਾ, ਨੰਗੇ ਜੋੜ ਪਏ, ਬਕਸੇ ਖੁੱਲ੍ਹੇ ਆ, ਕੋਈ ਇਹਨੂੰ ਇੱਥੇ ਮਾਈ ਬਾਪ ਹੀ ਨਹੀਂ ਬਾਗਦਾ। ਮੈਂ ਕਹਿੰਦਾ ਬਾਗ, ਫਾਊਂਟਨ, ਇਹ ਧਵਜ ਸਾਡਾ ਰਾਸ਼ਟਰੀ ਧਵਜ ਇੱਥੇ ਜਿਹੜਾ ਲੱਗਾ ਹੈ, ਉਹ ਅਸੀਂ ਨਹੀਂ ਮੂੰਹੋਂ ਬੋਲ ਰਹੇ, ਉਹ ਖੁਦ ਪਾਰਕ ਕਹਿ ਰਿਹਾ ਕਿ ਜੋਸ਼ੀ ਸਾਹਿਬ ਨੂੰ ਲਿਆਓ ਜਿਨ੍ਹਾਂ ਨੇ ਇਹਦਾ ਸੁੰਦਰੀਕਰਨ ਕੀਤਾ ਸੀ। ਅੱਜ ਇੱਥੇ ਬੱਚਾ ਇੱਥੇ ਆ ਕੇ ਇੱਥੇ ਆਨੰਦ ਮਾਣਦੇ ਹੁੰਦੇ ਸੀ। ਰਾਤੀ ਲੇਜ਼ਰ ਸ਼ੋਅ ਚੱਲਦੇ ਸੀ, ਲਾਈਟਾਂ ਚੱਲਦੀਆਂ ਸੀ, ਲੋਕੀ ਸੈਲਫੀਆਂ ਲੈਂਦੇ ਸੀ। ਲੋਕੀ ਕਹਿੰਦੇ ਕਿ ਸ਼ਾਇਦ ਬਾਹਰ ਜਾ ਕੇ ਕਿਤੇ ਸੈਲਫੀਆਂ ਲੈ ਰਹੇ ਨੇ। ਪਰ ਅੱਜ ਦੇ ਹਾਲਾਤ ਦੇਖੋ, ਬਾਗ ਦੇ ਵਿੱਚ ਫਾਊਂਟਨ ਸ਼ੋਅ, ਲੇਜ਼ਰ ਸ਼ੋਅ ਜਿੱਥੇ ਲੱਗਾ ਹੋਇਆ ਸੀ, ਜਿੱਥੇ ਫੁਹਾਰੇ ਲੱਗੇ ਹੈ, ਫਾਊਂਟਨ ਲੱਗੇ ਆ, ਉਹਦੇ ਬਾਗ ਦੇ ਬਾਹਰ ਇਹਨਾਂ ਨੇ ਤਾਲਾ ਲਾਤਾ, ਐਡਾ ਵੱਡਾ ਤਾਲਾ ਵੀ ਜੰਗਾਲਿਆ ਪਿਆ ਵੈ। ਤਕਰੀਬਨ 3-4 ਸਾਲ ਤੋਂ ਬਾਅਦ 2017 ਬਾਅਦ ਉਹ ਤਾਲਾ ਪੱਕਾ ਹੀ ਲੱਗ ਗਿਆ। ਮੈਂ ਤਾਂ ਇਹ ਪੁੱਛਣਾ ਚਾਹੁੰਦਾ ਵਾਂ ਸਰਕਾਰ ਨੂੰ, ਮੌਜੂਦਾ ਸਰਕਾਰ ਨੂੰ, ਕਿ ਸਰਕਾਰ ਲੋਕੀ ਬਣਾਉਂਦੇ ਆ ਡਿਵੈਲਪਮੈਂਟ ਕਰਾਉਣ ਵਾਸਤੇ, ਸਰਕਾਰ ਲੋਕੀ ਬਣਾਉਂਦੇ ਆ ਆਪਣੇ ਰੁਕੇ ਹੋਏ ਕੰਮ ਪੂਰੇ ਕਰਾਉਣ ਵਾਸਤੇ, ਇਹਨਾਂ ਨੇ ਚੱਲਦੇ ਕੰਮਾਂ ਨੂੰ ਬੰਦ ਕਰਾਤਾ। ਇਹ ਕਿਹੋ ਜਿਹੀ ਡਿਵੈਲਪਮੈਂਟ ਕਰਾਈ ਹੈ ਦੱਸੋ? 3 ਤੋਂ 4 ਮਹੀਨੇ ਪਹਿਲਾਂ ਸਾਡੇ ਚੈਨਲ ਵੱਲੋਂ ਕੰਪਨੀ ਬਾਗ ਜਿਹੜੀ 4 ਦੁਆਰ ਦੀ ਵਾਲ ਬਾਉਂਡਰੀ ਜਿਹੜੀ ਗਿਣੀ ਜਾਂਦੀ ਆ, ਉਹਦੀ ਵੀ ਕਾਫੀ ਖਸਤਾ ਹਾਲਤ ਸੀ, ਉਹਦੀ ਸਾਡੇ ਚੈਨਲ ਵੱਲੋਂ ਕਵਰਿੰਗ ਕੀਤੀ ਗਈ ਸੀ। ਬਾਅਦ ਦੇ ਵਿੱਚ ਕਾਰਪੋਰੇਸ਼ਨ ਨਗਰ ਨਿਗਮ ਦੇ ਕਮਿਸ਼ਨਰ ਮੈਡਮ ਕੋਲੋਂ ਵੀ ਅਸੀਂ ਸਵਾਲ ਜਾ ਕੇ ਕੀਤਾ ਸੀ ਇਸ ਉਹਨਾਂ ਦਾ ਪੱਖ ਲੈਣ ਦੇ ਲਈ। ਉਹਨਾਂ ਨੇ ਕਿਹਾ ਸੀ ਕਿ ਇਹ ਕਿਸੇ ਕੰਪਨੀ ਦੇ ਕੋਲ ਠੇਕਾ ਵਾ, ਉਹ ਪਾਏ ਹੋਏ ਨੇ, ਟੈਂਡਰ ਪਾਏ ਹੋਏ ਨੇ, ਜਦੋਂ ਵੀ ਆ ਜਾਏਗਾ ਜਲਦੀ ਤੋਂ ਜਲਦੀ ਉਹਦਾ ਕੰਮ ਕਰਵਾ ਦਿੱਤਾ ਜਾਏਗਾ। ਪਰ ਅਜੇ ਤੱਕ ਕੰਪਨੀ ਬਾਗ ਜਿਹੜੀ ਵਾਲ ਬਾਉਂਡਰੀ ਸੀ ਉਹਦਾ ਅਜੇ ਤੱਕ ਫਿਰ ਕੋਈ ਕੰਮ ਨਹੀਂ ਹੋਇਆ। ਤੁਹਾਡਾ ਇਹਦੇ ਬਾਰੇ ਕੀ ਕਹਿਣਾ ਕਿ ਸਰਕਾਰ ਦੇ ਲਾਰੇ ਹੀ ਨਹੀਂ ਸਭ ਇਹਨਾਂ ਨੂੰ? ਭਾਜੀ ਬਾਉਂਡਰੀ ਵਾਲ ਤਾਂ ਛੱਡ ਦਿਓ, ਸਾਰੇ ਸ਼ਹਿਰ ਦਾ ਇਹੋ ਜਿਹਾ ਹਾਲ ਹੈ। ਤੁਹਾਨੂੰ ਯਾਦ ਹੋਏਗਾ ਕਮਿਸ਼ਨਰ ਸਾਹਿਬ ਦੇ ਦਫ਼ਤਰ ਦੇ ਬਾਹਰ ਇੱਕ ਟੋਇਆ ਬਹੁਤ ਵੱਡਾ, ਜਿਹੜੇ ਸੜਕ ਧੱਸ ਗਈ ਸੀ, ਸਾਲ ਭਰ ਉਹਨਾਂ ਕੋਲ ਨਹੀਂ ਸੀ ਭਰਿਆ ਗਿਆ। ਪਰ ਉਹਨਾਂ ਦਾ ਕਾਂਗਰਸ ਸਰਕਾਰ ਦਾ ਇਹ ਕਹਿਣਾ ਸੀ ਕਿ ਸਾਡੀ ਸਰਕਾਰ ਨਵੀਂ ਆਈ ਹੈ, ਇਹ ਜੋਸ਼ੀ ਸਾਹਿਬ ਦੇ ਟਾਈਮ 'ਤੇ ਕੰਮ ਕੀਤਾ ਗਿਆ ਸੀ, ਕੰਮ ਮਾੜਾ ਹੋਇਆ ਸੀ, ਤਾਂ ਜਿਹੜਾ ਟੋਇਆ ਸੀ ਉਹ ਧੱਸਿਆ ਗਿਆ ਥੱਲੇ। ਤੇ ਤੁਸੀਂ ਜੇ ਤੁਹਾਡੀ ਸਰਕਾਰ ਆਈ ਹੈ, ਚਲੋ ਮੰਨ ਲਏ ਤੁਹਾਡੀ ਗੱਲ, ਕੰਮ ਮਾੜਾ ਹੋ ਗਿਆ ਸੀ, ਤਾਂ ਤੁਸੀਂ ਕੰਮ ਚੰਗੇ ਕਰਕੇ ਦਿਖਾ ਦੇਣੇ ਸੀ। ਤੁਸੀਂ ਕੋਈ ਸਾਲ ਲਾਤਾ ਟੋਇਆ ਭਰਨ ਨੂੰ? ਤੁਹਾਡੀ ਡਿਵੈਲਪਮੈਂਟ ਤੇਜ਼ ਹੋਣੀ, ਹੋਰ ਪਾਸੇ ਸ਼ਹਿਰ 'ਚ ਨਿਗਾਹ ਮਾਰ ਲਓ। ਉਹਨਾਂ ਦੇ ਕਿਰਾਏ ਅੱਜ ਵੀ ਜਿਹੜੇ ਸੜਕਾਂ ਉਹਨਾਂ ਦੇ ਦੁਆਰਾ ਬਣਾਈਆਂ ਹੋਈਆਂ ਉਹੀ ਸੜਕਾਂ ਬਣੀਆਂ ਹੋਈਆਂ, ਉਹਨਾਂ ਦੇ ਇਹਨਾਂ ਕੋਲ ਪੱਚ ਨਹੀਂ ਲਾਏ ਗਏ। ਸਟਰੀਟ ਲਾਈਟਾਂ ਲੱਗੀਆਂ, ਉਹੀ ਸਟਰੀਟ ਲਾਈਟਾਂ ਚੱਲਦੀਆਂ ਪਈਆਂ। ਮਤਲਬ 5 ਸਾਲ ਦੇ ਵਿੱਚ ਇਹਨਾਂ ਕੋਲ 0 ਪਰਫਾਰਮੈਂਸ ਇਹਨਾਂ ਦੀ ਕੋਈ ਨਹੀਂ। ਸਿਰਫ ਗੱਲਾਂ ਕਰਾ ਲਓ ਜਿੰਨੀ ਮਰਜ਼ੀ, 2 ਮਹੀਨੇ ਸਰਕਾਰ, 3 ਮਹੀਨੇ ਸਰਕਾਰ ਨੂੰ ਰਹਿ ਗਏ ਬਣਾਉਣ ਨੂੰ, ਹੁਣ ਵੱਡੇ ਵਾਅਦੇ ਕਰ ਰਹੇ ਆ। ਜਨਤਾ ਬੇਵਕੂਫ ਨਹੀਂ ਹੈਗੀ,
ਸਭ ਜਾਣਦੀ ਹੈ, ਸਭ ਕੁਝ। ਸਨੀ ਜੀ 2017 ਤੋਂ ਬਾਅਦ ਕੈਪਟਨ ਸਰਕਾਰ ਨੇ ਗੁਟਕਿਆਂ ਤੇ ਹੱਥ ਰੱਖ ਕੇ ਸਹੁੰ ਖਾਧੀ ਸੀ ਕਿ ਅਸੀਂ ਆ ਵੀ ਕਰ ਦਾਂਗੇ, ਆ ਵੀ ਕਰ ਦਾਂਗੇ, ਉਹ ਵੀ ਕਰ ਦਾਂਗੇ। ਉਹਨਾਂ ਨੇ ਵੋਟਾਂ ਪਾ ਗਈ ਸੀ ਕਿ ਇੱਥੋਂ ਬਾਅਦ ਇੱਕਦਮ ਚੰਨੀ ਸਾਹਿਬ ਨੂੰ ਲੈ ਆਂਦਾ ਵਾ, ਤਾਂ ਚੰਨੀ ਸਾਹਿਬ ਦੇ ਵਾਅਦਿਆਂ ਦੀ ਝੜੀ ਲਗਾ ਦਿੱਤੀ ਆ ਬਿੱਲ। ਤੁਹਾਨੂੰ ਫਿਰ ਲੱਗਦਾ ਨਹੀਂ ਕਿ ਫਿਰ ਅਕਾਲੀ ਦਲ ਜਾਂ ਆਮ ਪਾਰਟੀ ਜਾਂ ਬੀਜੇਪੀ ਵਾਲੀਆਂ ਪਾਰਟੀਆਂ ਵਾਸਤੇ ਮੁਸ਼ਕਲਾਂ ਖੜੀਆਂ ਹੋਣ ਜਾ ਰਹੀਆਂ ਨੇ ਕਿ ਸ਼ਾਇਦ ਜੋ ਕਿ ਲੋਕਾਂ ਦੀ ਹਵਾ ਬੰਦੀ ਪਈ ਕਿ 2022 ਦੇ ਵਿੱਚ ਕਾਂਗਰਸ ਦੀ ਸਰਕਾਰ ਫਿਰ ਬਣਨ ਜਾ ਰਹੀ ਹੈ? ਭਾਜੀ 2022 ਦੇ ਵਿੱਚ ਕਾਂਗਰਸ ਸਰਕਾਰ ਕੀ ਬਣਨੀ ਹੈ? ਪਹਿਲੇ ਤਾਂ ਬੜੀ ਵੱਡੀ ਕਾਂਗਰਸ ਦੇ ਵਿੱਚ ਹੀ ਇੱਕ ਸ਼ਖਸ ਬੈਠਾ ਜਿਹੜਾ ਕਾਂਗਰਸ ਨੂੰ ਪੂਰਾ ਤਹਿਸ ਨਹਿਸ ਜਿਹਨੇ ਕਰਤਾ, ਨਵਜੋਤ ਸਿੰਘ ਸਿੱਧੂ ਨੇ। ਵਿਪਕਸ਼ੀ ਪਾਰਟੀਆਂ ਤੋਂ ਅਟੈਕ ਕਰਨ ਦਾ ਕੋਈ ਮੌਕਾ ਕਰਨ ਦੀ ਲੋੜ ਹੀ ਨਹੀਂ ਪੈਂਦੀ, ਜੋ ਆਪਣੀ ਸਰਕਾਰ ਦਾ ਉਹ ਆਪ ਹੀ ਹਾਲ ਕਰ ਲਿਆ। ਦੂਜੀ ਗੱਲ, ਜਿਹੜੇ ਇਹ ਵਾਅਦੇ ਚੰਨੀ ਸਰਕਾਰ ਕਰ ਰਹੀ ਹੈ, ਆਟੇ ਦਾਲ ਦੀ ਸਕੀਮਾਂ ਜਾਂ ਆਪਣਾ ਮੈਡੀਕਲ ਨੂੰ ਲੈ ਕੇ ਕਰ ਰਹੀ ਹੈ, ਜਾਂ ਜਿਹੜੀ ਵੀ ਬਿਜਲੀ ਮਾਫ ਦਾ ਵਾਅਦਾ ਕਰ ਰਹੀ ਹੈ, ਇਹ ਸਾਰੀਆਂ ਦੇਨਾਂ ਜਿਹੜੀਆਂ ਹੈਗੀਆਂ ਇਹ ਸ਼੍ਰੋਮਣੀ ਅਕਾਲੀ ਦਲ ਦੀ ਦੇਣ ਹੈ। ਇਹ ਬਾਦਲ ਸਾਹਿਬ ਨੇ ਦਿੱਤੇ ਹੋਏ ਹੈ। ਅੱਜ ਭਾਵੇਂ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੇ ਵਾਅਦੇ, ਜੋ ਪੰਜਾਬ ਦਾ ਜਿੰਨੀ ਡਿਵੈਲਪਮੈਂਟ ਤੁਸੀਂ ਪਿੱਛੇ ਵੀ ਚੈੱਕ ਕਰਕੇ ਦੇਖ ਲਓ, ਧਿਆਨ ਮਾਰੋ, ਮਗਰ ਜਿੰਨੀ ਡਿਵੈਲਪਮੈਂਟ ਹੋਈ ਹੈ ਪ੍ਰਕਾਸ਼ ਸਿੰਘ ਬਾਦਲ ਜੀ ਦੇ ਸ਼੍ਰੋਮਣੀ ਅਕਾਲੀ ਦਲ ਦੀ ਰਾਜ ਦੇ ਵਿੱਚ ਹੀ ਹੋਈ ਹੈ, ਕਿਉਂਕਿ ਜੋ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਉਹ ਕੀਤਾ। ਇਹ ਅੱਜ 200 ਯੂਨਿਟ ਬਾਦਲ ਸਾਹਿਬ ਨੇ ਕੀਤੇ ਸੀ, ਅੱਜ ਕਿਸੇ ਨੂੰ 300 ਕਰ ਰਹੇ, ਕਿਸੇ ਨੂੰ 400 ਕਰ ਰਹੇ ਆ, ਪਰ ਰਾਹ ਉਹਨਾਂ ਦੇ ਚੱਲਦੇ ਪਏ ਆ, ਕਿਉਂਕਿ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੇ ਦੇਖੋ ਕਿੰਨੀਆਂ ਸਹੂਲਤਾਂ ਦਿੱਤੀਆਂ ਪੰਜਾਬ ਵਾਸਤੇ। ਸਾਈਕਲ ਲੜਕੀਆਂ ਨੂੰ, ਗਰੀਬ ਲੜਕੀਆਂ ਨੂੰ ਸਾਈਕਲ ਵੰਡੇ, 108 ਐਂਬੂਲੈਂਸ ਚਲਾਈ, ਜਿੰਨੇ ਪੁਲ ਸੜਕਾਂ ਤੁਸੀਂ ਦੇਖ ਰਹੇ ਹੋ ਇਹ ਅਕਾਲੀ ਦਲ ਦੀ ਦੇਣ ਹੈ। ਅਕਾਲੀ ਦਲ ਦੀ ਸਰਕਾਰ 2022 ਦੇ ਵਿੱਚ ਲੋਕੀ ਸਭ ਫਰੇਬਾਂ ਤੋਂ ਦੂਰ, ਸਭ ਜੋ ਕਿ ਜਾਣੀ ਜਾਣ, ਉਹਨਾਂ ਨੇ ਇਹ 5 ਸਾਲ ਕਾਂਗਰਸ ਦੇ ਚੰਗੀ ਤਰ੍ਹਾਂ ਵੇਖ ਲਏ ਆ, ਵਿਸ਼ਵਾਸ ਕਰਕੇ ਦੇਖ ਲਿਆ। ਉਹ ਵੀ ਇਸ ਕਰਕੇ ਵਿਸ਼ਵਾਸ ਕੀਤਾ ਸੀ ਕਿ ਇੱਕ ਬਜ਼ੁਰਗ ਬੰਦਾ ਗੁਟਕਾ ਸਾਹਿਬ ਹੱਥ 'ਚ ਫੜ ਕੇ, ਕਿਉਂਕਿ ਕਦੀ ਅੱਜ ਤੱਕ ਇਹੋ ਜਿਹਾ ਕਦੀ ਇਤਿਹਾਸ ਵਿੱਚ ਨਹੀਂ ਹੋਇਆ ਕਿ ਕੋਈ ਬਜ਼ੁਰਗ ਬੰਦਾ ਹੱਥ 'ਚ ਗੁਟਕਾ ਸਾਹਿਬ ਫੜ ਕੇ ਕਸਮ ਖਾ ਕੇ, ਸਹੁੰ ਖਾ ਕੇ ਵਾਅਦੇ ਕਰ ਦੇਵੇ ਤੇ ਉਹ ਵਾਅਦੇ ਨਾ ਭੁਗਤਾਏ। ਵਾਅਦੇ ਪੂਰੇ ਕੀਤੇ ਸੀ ਅੱਗੇ ਵੀ, ਜੋ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਸੀ। ਪੰਜਾਬ ਨੂੰ ਜੇ ਪੰਜਾਬ ਦੀ ਪੰਜਾਬੀਆਂ ਦੀ ਕੋਈ ਆਪਣੀ ਪਾਰਟੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਹੈ। 2017 ਦੇ ਵਿੱਚ ਪੰਜਾਬ ਦੇ ਸਾਬਕਾ ਮੰਤਰੀ ਨੀਲ ਜੋਸ਼ੀ ਜੀ ਦੀ ਹਾਰ ਦਾ ਕਾਰਨ ਸਭ ਤੋਂ ਵੱਡਾ ਧੜੇਬਾਜ਼ੀ ਗਿਣਿਆ ਜਾ ਰਿਹਾ ਸੀ। ਬੀਜੇਪੀ ਦੇ ਵਿੱਚ ਬੜੀ ਧੜੇਬਾਜ਼ੀ ਸੀ, ਹਰਾਉਣ ਵਾਲੇ ਜਿਹੜੇ ਸਨ ਉਹਨਾਂ ਦੇ ਆਪਣੇ ਹੀ ਸਨ। ਅੱਜ ਉਹ ਅਕਾਲੀ ਦਲ ਦੇ ਵਿੱਚ ਆ ਗਿਆ, ਬੀਜੇਪੀ ਦਾ ਧੜਾ ਤੇ ਉਹਨਾਂ ਨੂੰ ਹਰਾਉਣ ਦੇ ਲਈ ਅੱਜ ਫਿਰ ਪੱਬਾਂ ਭਾਰ ਹੋਇਆ ਪਿਆ ਵਾ। ਪਰ ਅਕਾਲੀ ਦਲ ਦੇ ਵਿੱਚ ਵੀ ਕਿ ਅਣਕਸੋਈਆਂ ਸੁਣਨ ਨੂੰ ਮਿਲ ਰਹੀਆਂ ਕਿ ਉਹਨਾਂ ਦਾ ਵਿਰੋਧ ਹੋਣਾ ਜਾਰੀ ਹੋ ਗਿਆ ਵਾ। ਕੁਝ ਲੋਕ ਜਿਹੜੇ ਅਕਾਲੀ ਦਲ ਦੇ ਪੁਰਾਣੇ ਵਰਕਰ ਸਨ, ਅਨਿਲ ਜੋਸ਼ੀ ਜੀ ਦਾ ਅਕਾਲੀ ਦਲ ਦੇ ਵਿੱਚ ਆਉਣ ਦੇ ਕਾਰਨ ਖੁਸ਼ ਨਹੀਂ ਹਨ। ਇੱਕ ਬਹੁਤ ਹੀ ਸਮਾਜ ਸੇਵਕ, ਉੱਚ ਆਗੂ, ਜਿਨ੍ਹਾਂ ਦਾ ਕਿ ਹਲਕਾ ਉੱਤਰੀ ਦੇ ਵਿੱਚ ਕਾਫੀ ਜ਼ਿਆਦਾ ਕੱਦ ਵੱਡਾ ਵੀ ਪਾਇਆ ਜਾਂਦਾ ਵਾ, ਪੂਰੇ ਸ਼ਹਿਰ ਦੇ ਵਿੱਚ ਉਹਨਾਂ ਨੇ ਬਿਨਾਂ ਕਿਸੇ ਲੀਡਰ ਦੀ ਫੋਟੋ ਲਗਾਇਆ ਪੋਸਟਰ ਵੀ ਲਗਾਏ ਨੇ, ਅਤੇ ਸੁਣਨ ਦੇ ਵਿੱਚ ਇਹ ਵੀ ਆ ਰਿਹਾ ਕਿ ਸ਼ਾਇਦ ਉਹ ਅਨਿਲ ਜੋਸ਼ੀ ਜੀ ਦਾ ਵਿਰੋਧ ਵੀ ਕਰਨਗੇ। ਤੁਹਾਡਾ ਇਸ ਸਭ ਦੇ ਬਾਰੇ ਫਿਰ ਕੀ ਕਹਿਣਾ ਵਾ ਕਿ ਬੀਜੇਪੀ ਦਾ ਦੇ ਵਿੱਚ ਅੱਗੇ ਵਿਰੋਧ ਸੀ, ਅਕਾਲੀ ਦਲ ਦੇ ਵਿੱਚ ਵੀ ਵਿਰੋਧ ਹੋਵੇਗਾ, ਅਤੇ ਅਨਿਲ ਜੋਸ਼ੀ ਜੀ ਆਪਣੀ ਸੀਟ ਕਿਸ ਤਰੀਕੇ ਨਾਲ ਜਿੱਤ ਲੈਣਗੇ? ਭਾਜੀ ਸਭ ਤੋਂ ਵਧੀਆ ਗੱਲ ਹੈ ਕਿ ਉਹਨਾਂ ਦਾ ਜਿਹੜਾ ਵਿਰੋਧ ਹੋ ਰਿਹਾ, ਵਿਰੋਧ ਤਗੜੇ ਬੰਦੇ ਦਾ ਹੁੰਦਾ ਹੈ, ਕਮਜ਼ੋਰ ਬੰਦੇ ਦਾ ਕਦੀ ਵਿਰੋਧ ਨਹੀਂ ਹੁੰਦਾ। ਪਰ ਇਹ ਤਗੜਾ ਬੰਦਾ 2017 'ਚ ਵਿਰੋਧ ਦੇ ਕਾਰਨ ਹਾਰ ਚੁੱਕਾ। ਵਿਰੋਧ ਕਾਰਨ ਨਹੀਂ ਹਾਰ ਚੁੱਕਾ, ਉਹਦੇ ਦੋ ਕਾਰਨ ਸੀ। ਸਭ ਤੋਂ ਵੱਡਾ ਕਾਰਨ ਸੀ ਕਿ ਜਿਹੜਾ ਕਾਂਗਰਸ ਨੇ, ਤਾਂ ਮੈਂ ਹੁਣੇ ਦੱਸਿਆ ਕਿ ਝੂਠੀਆਂ ਸਹੁੰਆਂ ਖਾਧੀਆਂ, ਗੁਟਕਾ ਸਾਹਿਬ ਫੜ ਕੇ ਲੋਕਾਂ ਨੇ ਵਿਸ਼ਵਾਸ ਕੀਤਾ ਕਿ ਘਰ ਘਰ ਨੌਕਰੀ ਮਿਲ ਜਾਣੀ ਹੈ। ਨਹੀਂ ਤਾਂ ਅੱਜ ਵੀ ਪੁੱਛ ਲਓ, ਹਲਕਾ ਨਾਰਥ ਕੀ ਸਾਰੇ ਪੰਜਾਬ ਜਿੱਥੋਂ ਮਰਜ਼ੀ ਪੁੱਛ ਲਓ, ਅਨਿਲ ਜੋਸ਼ੀ ਦੇ ਜੋ ਡਿਵੈਲਪਮੈਂਟ ਕਰਾਤੀ ਹੈ। ਜੇ ਕੋਈ ਮੁੱਕਰਦਾ, ਕੋਈ ਨਕਾਰਦਾ ਤਾਂ ਮੈਨੂੰ ਦੱਸੋ। ਅੱਜ ਵੀ ਉਹਨਾਂ ਦੇ ਆਪਣਾ ਡਿਵੈਲਪਮੈਂਟ ਦੇ ਲੋਕੀ ਕਸਮਾਂ ਖਾਂਦੇ ਆ, ਯਾਦ ਕਰਦੇ ਆ। ਹੁਣ ਤਾਂ ਲੋਕੀ ਯਾਦ ਕਰ ਰਹੇ। ਆਮ ਪਾਰਟੀ ਵੱਲੋਂ ਕੰਵਰ ਵਿਜੇ ਪ੍ਰਤਾਪ ਸਿੰਘ ਜੀ ਉਹਨਾਂ ਦੇ ਖਿਲਾਫ ਇਲੈਕਸ਼ਨ ਲੜਨ ਜਾ ਰਹੇ ਨੇ, ਇਹ ਇੱਕ ਹਵਾ ਹੈ, ਇਹ ਅਨਸੋਈ ਆ। ਕਾਂਗਰਸ ਪਾਰਟੀ ਵੱਲੋਂ ਸ਼੍ਰੀ ਸੁਨੀਲ ਦੱਤੀ ਜੀ ਹੀ ਕੈਂਡੀਡੇਟ 90%, 95%, 100% ਵੀ ਕਹਿ ਰਹੇ ਤਾਂ ਗਲਤ ਨਹੀਂ, ਉਹੀ ਕੈਂਡੀਡੇਟ ਹੋਣਗੇ। ਅਤੇ ਉਹਨਾਂ ਦੇ ਕੀਤੇ ਹੋਏ ਕੰਮ ਵੀ ਜਿਹੜੇ ਲੋਕ ਅੱਜ ਮਤਲਬ ਕਿ ਪ੍ਰਸ਼ੰਸਾ ਉਹਨਾਂ ਦੀ ਕਰ ਰਹੇ ਨੇ, ਉਹਨਾਂ ਦੇ ਸੁਭਾਅ ਦੇ ਕਰਕੇ। ਅਤੇ 2017 ਦੇ ਵਿੱਚ ਤੇ ਉਹ 15 ਦਿਨ ਪਹਿਲੋਂ ਆਏ ਸਨ ਅਤੇ ਇਲੈਕਸ਼ਨ ਅਨਿਲ ਜੋਸ਼ੀ ਜੀ ਦੇ ਕੋਲ ਜਿੱਤ ਗਏ ਅਤੇ ਜੋਸ਼ੀ ਜੀ ਹਾਰ ਗਏ ਸਨ। ਅਤੇ ਹੁਣ ਤਾਂ ਉਹਨਾਂ 5 ਸਾਲ ਹਲਕੇ 'ਚ ਕੰਮ ਕੀਤੇ ਨੇ। ਉਹਨਾਂ ਦਾ ਇੱਕ ਕੋਰਮ ਜਿਹੜਾ ਵਾ ਤਗੜਾ ਹਲਕੇ ਦੇ ਵਿੱਚ ਕਾਇਮ ਹੈ, ਸਰਪੰਚ, ਮੈਂਬਰ, ਕੌਂਸਲਰ ਅੱਜ ਉਹਨਾਂ ਦੇ ਨਾਲ ਨੇ। ਅਤੇ ਫਿਰ ਤੁਸੀਂ ਇਸ ਮੁਕਾਬਲੇ ਨੂੰ ਇੰਨਾ ਹਲਕੇ 'ਚ ਕਿਵੇਂ ਲੈ ਰਹੇ ਜੀ ਕਿ ਅਨਿਲ ਜੋਸ਼ੀ ਜੀ ਬੜੇ ਆਰਾਮ ਨਾਲ ਜਿੱਤ ਜਾਣਗੇ? ਦੇਖੋ, ਮਿਹਨਤ ਬਹੁਤ ਕਰਨੀ ਪੈਣੀ ਹੈ, ਇਹ 'ਚ ਕੋਈ ਦੋ ਰਾਏ ਨਹੀਂ ਹੈ। ਔਰ ਸਾਡੇ ਜੋਸ਼ੀ ਸਾਹਿਬ ਦੇ ਕੰਮ ਲੋਕਾਂ ਨੇ ਵੇਖੇ ਹੈ, ਔਰ ਮੌਜੂਦਾ ਹਾਲਾਤ ਵੀ ਲੋਕਾਂ ਦੇ ਸਾਹਮਣੇ ਹੈ, ਜਿਹਦੇ ਕਰਕੇ ਸਰਕਾਰ ਬਣਾਈ ਗਈ ਸੀ। ਮੌਜੂਦਾ ਹਾਲਾਤ ਤੁਹਾਡੇ ਸਾਹਮਣੇ, ਪਾਰਕ 'ਚ ਦੇਖੋ ਕੀ ਦਸ਼ਾ ਪਾਰਕ ਦੀ ਬਣੀ ਪਈ ਹੈ। ਬਾਊਂਡਰੀ ਵਾਲ ਦੀ ਤੁਸੀਂ ਹੁਣੇ ਗੱਲ ਕੀਤੀ, ਖੇਰੂ ਹੋਈ ਪਈ ਹੈ। ਹਾਂਜੀ,
ਤੇ ਤੁਸੀਂ ਕੀ ਕਾਰੇ ਸੇ ਆਪਣਾ ਮੌਜੂਦਾ ਸਰਕਾਰ ਨੂੰ ਕਾਰੇ ਵਾਸਤੇ ਲਿਆਂਦਾ ਸੀ? ਡਿਵੈਲਪਮੈਂਟ ਵਾਸਤੇ ਲਿਆਂਦਾ ਸੀ ਕਿ ਤਾਲੇ ਲਾਉਣ ਵਾਸਤੇ ਲਿਆਂਦਾ ਸੀ? ਇੱਥੇ ਪਾਰਕ 'ਚ ਤਾਲਾ ਲੱਗਾ ਪਿਆ ਦੇਖੋ। ਜੋਸ਼ੀ ਸਾਹਿਬ ਨੇ ਤਾਂ ਬਾਗ 'ਚ ਬੜੇ ਵਧੀਆ ਪੈਸਾ ਲਾ ਕੇ ਲੋਕਾਂ ਦੀ ਸਹੂਲਤਾਂ ਬਣਾਈਆਂ ਸੀ, ਪਰ ਮੌਜੂਦਾ ਸਰਕਾਰ ਨੇ, ਕਾਂਗਰਸ ਨੇ ਆ ਕੇ ਉਹ ਚੀਜ਼ ਦੇ ਉੱਤੇ ਤਾਲੇ ਲਾਤੇ। ਤਾਲੇ ਲਾਉਣ ਅਸੀਂ ਨਹੀਂ ਸਰਕਾਰ ਲਿਆਂਦੀ, ਡਿਵੈਲਪਮੈਂਟ ਅਸੀਂ ਸਰਕਾਰ ਲਿਆਂਦੀ, ਜੋ ਕਿ ਇਹਨਾਂ ਕੋਲੋਂ ਜ਼ੀਰੋ ਪਰਫਾਰਮੈਂਸ ਰਹੀ ਹੈ। ਇਹਨਾਂ ਕੋਲ ਕੁਝ ਨਹੀਂ ਹੋ ਪਾਇਆ। ਹੁਣ ਜਿੰਨੀਆਂ ਮਰਜ਼ੀ ਵੱਡੀਆਂ ਗੱਲਾਂ ਕਰ ਲੈਣਾ, ਭਾਈ ਇਹ ਕਰ ਦਾਂਗੇ, ਉਹ ਕਰ ਦਾਂਗੇ, ਮੈਨੂੰ ਦੱਸੋ ਸ਼ਹਿਰ 'ਚ ਕਿੱਥੇ ਡਿਵੈਲਪਮੈਂਟ ਹੋਈ ਹੈ? ਬੀਜੇਪੀ ਦੇ ਇੱਕ ਯੁਵਾ ਨੇਤਾ ਦੀ ਅਸੀਂ ਇੰਟਰਵਿਊ ਕੀਤੀ ਸੀ। ਉਹਨਾਂ ਦਾ ਇਹ ਕਹਿਣਾ ਸੀ ਕਿ ਅਨਿਲ ਜੋਸ਼ੀ ਜੀ ਇੱਕ ਹੰਕਾਰਿਆ ਹੋਇਆ ਨੇਤਾ, ਤੇ ਆਪਣੇ ਹੰਕਾਰ ਦੇ ਕਾਰਨ ਹੀ 2017 ਦੇ ਵਿੱਚ ਇਲੈਕਸ਼ਨ ਹਾਰ ਗਏ ਸਨ। ਇਹਨਾਂ ਨੇ ਨਾਲ ਜਿਹੜੇ ਰੁੱਸੇ ਸਾਥੀ ਸਨ, ਇਹਨਾਂ ਨੇ ਉਹਨਾਂ ਨੂੰ ਮਨਾਉਣਾ ਹੀ ਨਹੀਂ ਚਾਹਿਆ। ਹੁਣ ਵੀ ਅਗਰ ਜੇ ਤੁਸੀਂ ਉਹਨਾਂ ਦੇ ਵੈਲ ਵਿਸ਼ਰ ਜੇ, ਤੁਸੀਂ ਉਹਨਾਂ ਦੇ ਗੁੱਡ ਵਿਸ਼ਰ ਜੇ, ਤੁਸੀਂ ਉਹਨਾਂ ਦੇ ਸ਼ੁਭ ਚਿੰਤਕ ਜੇ, ਤੁਹਾਨੂੰ ਜਾਪਦਾ ਨਹੀਂ ਕਿ ਜੇ ਕੋਈ ਅਕਾਲੀ ਦਲ ਜਾਂ ਕੋਈ ਬੀਜੇਪੀ ਦਾ ਵੀ ਸਾਬਕਾ ਜਿਹੜਾ ਕੋਈ ਅਹੁਦੇਦਾਰ ਜਾਂ ਵਰਕਰ ਉਹਨਾਂ ਨਾਲ ਤੁਰਨਾ ਚਾਹੁੰਦਾ ਵਾ, ਤੇ ਅੱਜ ਕਿਸੇ ਨਾ ਕਿਸੇ ਕਾਰਨ ਉਹਨਾਂ ਨਾਲ ਨਾਰਾਜ਼ ਬੈਠਾ ਵਾ, ਤੇ ਜੋਸ਼ੀ ਜੀ ਨੂੰ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਮਨਾਉਣਾ ਚਾਹੀਦਾ ਵਾ, ਕਿਉਂਕਿ ਇਲੈਕਸ਼ਨ ਜਿਹੜੀ ਆ ਹੁਣ ਤੇ ਬਿਲਕੁਲ ਸਿਰ 'ਤੇ ਆ। ਤੇ ਜੋਸ਼ੀ ਜੀ ਪੁਰਾਣੇ ਸਾਥੀਆਂ ਦੇ ਘਰਾਂ ਦੇ ਵਿੱਚ ਜਾ ਕੇ ਚਾਹਾਂ ਪੀ ਰਹੇ ਨੇ। ਜਿਹੜੇ ਰੁੱਸੇ ਹੋਏ ਸਾਥੀ ਨੇ ਉਹਨਾਂ ਦੇ ਘਰਾਂ ਦੇ ਵਿੱਚ ਕਿਉਂ ਨਹੀਂ ਜਾ ਰਹੇ? ਕੋਈ ਉਹਨਾਂ ਕੋਲ ਰੁੱਸਿਆ ਨਹੀਂ ਹੋਇਆ। ਸਭ ਨਾਲ, ਸਾਰਿਆਂ ਨਾਲ ਬਹੁਤ ਬੁਰਾ ਸਮਰਥਨ ਸਾਥੀਆਂ ਦਾ ਮਿਲ ਰਿਹਾ। ਪਰ ਅਸੀਂ ਮੀਡੀਆ ਦੇ ਤੌਰ ਤੇ ਅਸੀਂ ਜਦੋਂ ਆਪਾਂ ਕੁਝ ਲੋਕਾਂ ਦੇ ਵੱਲ ਜਾਂਦੇ ਆ, ਤੇ ਕੁਝ ਲੋਕਾਂ ਦੀਆਂ ਮਨਮੁਟਾਵ ਨਹੀਂ, ਮੇਰਾ ਸਵਾਲ ਪੂਰਾ ਸੁਣ ਲਓ। ਉਹਨਾਂ ਦਾ ਜਦੋਂ ਮਨਮੁਟਾਵ ਅਸੀਂ ਸੁਣਦੇ ਆ, ਤਾਂ ਉਹਨਾਂ ਦਾ ਅਜੇ ਵੀ ਇਹੋ ਕਹਿਣਾ ਵਾ ਕਿ ਅਨਿਲ ਜੋਸ਼ੀ ਆਪਣੇ ਹੰਕਾਰ ਦੀ ਵਜ੍ਹਾ ਕਰਕੇ ਸਾਡੇ ਵੱਲ ਨਹੀਂ ਆ ਰਹੇ, ਸਾਡੇ ਵੱਲ ਆਉਣ, ਅਸੀਂ ਉਹਨਾਂ ਨਾਲ ਚੱਲਣ ਨੂੰ ਤਿਆਰ ਆ। ਤੇ ਮੇਰੇ ਸਵਾਲ ਕਰਨ ਦਾ ਮਤਲਬ ਜੋਸ਼ੀ ਜੀ ਦੇ ਖਿਲਾਫ ਨਹੀਂ ਆ। ਜੇ ਉਹ ਇਸ ਤਰੀਕੇ ਦਾ ਕੰਮ ਉਹਨਾਂ ਨੂੰ ਕੋਈ ਕੰਨੀ ਕੋਈ ਗੱਲ ਪੈਂਦੀ ਹੈ ਕਿ ਫਲਾਣਾ ਬੰਦਾ ਮੇਰੇ ਨਾਲ ਨਾਰਾਜ਼ ਆ, ਤੇ ਉਹਨਾਂ ਨੂੰ ਉਹਨਾਂ ਵੱਲ ਜਾਣਾ ਚਾਹੀਦਾ। ਦੇਖੋ ਜੀ, ਸਭ ਤੋਂ ਪਹਿਲੇ ਤੁਸੀਂ ਜਿਹੜੀ ਜਿਵੇਂ ਵਿਰੋਧਤਾ ਦੀ ਵੀ ਗੱਲ ਕਰਦੇ ਪਏ ਹੋ, ਵਿਰੋਧ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਹੈ ਕਿ ਕਮਜ਼ੋਰ ਆਦਮੀ ਦਾ ਵਿਰੋਧ ਨਹੀਂ ਹੁੰਦਾ, ਵਿਰੋਧ ਹਮੇਸ਼ਾ ਤਗੜੇ ਆਦਮੀ ਦਾ ਹੁੰਦਾ। ਠੀਕ ਹੈ, ਮੋਦੀ ਸਾਹਿਬ ਦਾ ਕਿੰਨਾ ਵਿਰੋਧ ਹੋਇਆ, ਪ੍ਰਕਾਸ਼ ਸਿੰਘ ਬਾਦਲ ਜੀ ਦਾ ਕਿੰਨਾ ਵਿਰੋਧ ਹੋਇਆ। ਵਿਰੋਧ ਹਮੇਸ਼ਾ ਕੰਮ ਕਰਨ ਵਾਲੇ ਬੰਦੇ ਦਾ ਹੀ ਹੁੰਦਾ ਹੈ, ਕਮਜ਼ੋਰ ਘਰ ਬੈਠੇ ਬੰਦੇ ਦਾ ਥੋੜ੍ਹਾ ਵਿਰੋਧ ਹੋਣਾ। ਜਿੰਨਾ ਜੋਸ਼ੀ ਸਾਹਿਬ ਨੇ ਕੰਮ ਕਰਾਇਆ ਨਾ, ਜਿਹੜੇ ਵਿਰੋਧੀ ਹੈਗੇ ਆ, ਇਹ ਵਿਰੋਧੀ ਉੱਥੋਂ ਤੱਕ ਪਹੁੰਚ ਨਹੀਂ ਸਕਦੇ। ਸਿਵਾਏ ਵਿਰੋਧ ਦੇ ਉਹਨਾਂ ਕੋਲ ਹੋਰ ਕੋਈ ਰਸਤਾ ਨਹੀਂ ਗਾ ਜੋਸ਼ੀ ਸਾਹਿਬ ਦੀ ਲਕੀਰ ਨੂੰ ਪਾਰ ਕਰਨ ਦਾ। ਪਰ ਜਨਤਾ ਜਾਣਦੀ ਹੈ ਕਿ ਕਿਹਨੇ ਕੰਮ ਕਰਾਇਆ ਵਾ। ਅਸੀਂ ਹਲਕੇ 'ਚ ਜਾਂਦੇ ਆ ਨਾ, ਲੋਕਾਂ ਦੇ ਘਰ ਡੋਰ ਟੂ ਡੋਰ ਵੀ ਕਰੀਦੇ ਆ, ਤੇ ਸਾਨੂੰ ਲੋਕਾਂ ਅੱਗੇ ਬੋਲਣ ਦੀ ਲੋੜ ਨਹੀਂ ਪੈਂਦੀ। ਮਿੰਟਾ ਜੀ, ਲੋਕੀ ਜੋਸ਼ੀ ਸਾਹਿਬ ਦੇ ਕੰਮ ਕਰਾਉਂਦੇ ਆ। ਸਾਨੂੰ ਸ਼ਹਿਰਾਂ 'ਚ ਪੋਸਟਰ ਲਵਾਉਣ ਦੀ ਲੋੜ ਨਹੀਂ ਜੋਸ਼ੀ ਸਾਹਿਬ ਦੇ ਕਿ ਮੈਂ ਇਹ ਕੰਮ ਕਰਾਇਆ, ਮੈਂ ਇੰਨੇ ਹਜ਼ਾਰ ਦੇ ਕੰਮ ਵੇਲੇ ਦੀ ਬਣੀ। ਜੋਸ਼ੀ ਸਾਹਿਬ ਦੀ ਇੰਨੀਆਂ ਸਿਫਤਾਂ ਕਰਦੇ ਪਏ ਜੇ, ਅਸੀਂ ਹਲਕੇ 'ਚ ਫਿਰਦੇ ਹਾਂ, ਇਹ 'ਚ ਕੋਈ ਦੋ ਰਾਏ ਨਹੀਂ ਕਿ ਉਹਨਾਂ ਨੇ ਡਿਵੈਲਪਮੈਂਟ ਨਹੀਂ ਕੀਤੀ ਜਾਂ ਉਹਨਾਂ ਨੇ ਵਿਕਾਸ ਨਹੀਂ ਕੀਤਾ। ਪਰ ਇੱਕ ਬੀਜੇਪੀ ਜ਼ਿਲ੍ਹਾ ਪ੍ਰਧਾਨ ਜੀ ਦੀ ਆਪਾਂ ਇੰਟਰਵਿਊ ਕੀਤੀ ਸੀ, ਇੱਕ ਤੁਹਾਡੀ ਇੰਟਰਵਿਊ ਤੋਂ ਬਾਅਦ ਉਹਨਾਂ ਦਾ ਇਹ ਕਹਿਣਾ ਸੀ ਕਿ ਜੋਸ਼ੀ ਜੀ ਆਪਣੇ ਕਮਰੇ ਦੇ ਵਿੱਚ ਬਿਠਾ ਕੇ, ਡਰਾਈਵਰ ਨੂੰ 'ਚ ਬਿਠਾ ਕੇ ਪਰੌਂਠੀਆਂ ਖਵਾ ਦਿੰਦੇ ਨੇ, ਇਹਨਾਂ ਨੂੰ ਚਾਹ ਵਧੀਆ ਪਿਆ ਦਿੰਦੇ ਨੇ, ਸੇਵੀਆਂ ਨਾਲ ਬਿਸਕੁਟ ਵਧੀਆ ਦੇ ਦਿੰਦੇ ਨੇ, ਤੇ ਇਹ ਜੋਸ਼ੀ ਸਾਹਿਬ ਦੇ ਗੁਣ ਗਾਉਣੇ ਸ਼ੁਰੂ ਕਰ ਦਿੰਦੇ ਨੇ। ਤੁਸੀਂ ਦੱਸੋ ਕਿ ਇਸ ਗੱਲ ਦੇ ਵਿੱਚ ਕਿੰਨੀ ਕੁ ਸਜਾਈ, ਤੁਸੀਂ ਕਿੰਨੀਆਂ ਕਿ ਪਰੌਂਠੀਆਂ ਉਹਨਾਂ ਦੇ ਘਰੋਂ ਖਾ ਕੇ ਤੇ ਉਹਨਾਂ ਦਾ ਪ੍ਰਚਾਰ ਕਰਨ ਨਿਕਲਦੇ ਜੀ? ਬੜੀ ਵਧੀਆ ਗੱਲ ਕੀਤੀ ਤੁਸੀਂ। ਤੇ ਦੇਖੋ, ਮੈਨੂੰ ਪਰਮਾਤਮਾ ਜਿੱਥੇ ਬੈਠਾ ਹੁੰਦਾ ਹੈ ਨਾ, ਵਕਤ ਆਪੇ ਹੀ ਉਸ ਚੀਜ਼ ਦਾ ਜਵਾਬ ਦੇ ਦਿੰਦਾ। ਅੱਜ ਤੁਸੀਂ ਮੇਰੀ ਬਾਈਟ ਲੈਣ ਆਏ ਸੀ, ਤੇ ਤੁਸੀਂ ਇਹ ਪੁੱਛਿਆ ਸੀ, ਤੇ ਉਸ ਤੋਂ ਬਾਅਦ ਉਹਨਾਂ ਕੋਲ ਸਵਾਲ ਪੁੱਛਿਆ ਸੀ, ਤੇ ਉਹਨਾਂ ਨੇ ਜਵਾਬ ਦਿੱਤਾ ਸੀ ਕਿ ਪਰੌਂਠੀਆਂ ਖਾ ਕੇ ਕੋਈ ਵੀ ਕਿਸੇ ਨੂੰ ਆਪਣੇ ਕਮਰੇ 'ਚ ਬੁਲਾ ਸਕਦਾ। ਸਾਡੇ ਬੜੇ ਮਾਨਯੋਗ ਨੇ ਜ਼ਿਲ੍ਹਾ ਪ੍ਰਧਾਨ ਨੇ ਸਾਡੇ ਸੁਰੇਸ਼ ਮਹਾਜਨ ਜੀ, ਉਹਨਾਂ ਨੇ ਅੱਜ ਦੇਖੋ ਮੋਦੀ ਸਾਹਿਬ ਨੇ ਵੀ ਉਹੀ ਗੱਲ ਕੀਤੀ ਜੋ ਜੋਸ਼ੀ ਸਾਹਿਬ ਨੇ ਕਿਹਾ ਸੀ। ਜੋ ਚੀਜ਼ ਦਾ ਮੁੱਦਾ ਜੋਸ਼ੀ ਸਾਹਿਬ ਚੁੱਕ ਰਹੇ ਸੀ, ਉਹੀ ਅੱਜ ਮੋਦੀ ਸਾਹਿਬ ਨੇ ਕਹੀ ਆ। ਹੁਣ ਮੈਂ ਕਹਿੰਦਾ ਸਾਡੇ ਬੜੇ ਆਦਰਨੀਏ ਪ੍ਰਧਾਨ ਮੰਤਰੀ ਮੋਦੀ ਜੀ, ਮੈਂ ਐਡੇ ਵੱਡੇ ਲਫ਼ਜ਼ ਨਹੀਂ ਕਹਿਣਾ ਚਾਹੁੰਦਾ, ਪਰ ਮੈਂ ਦੇਖੋ ਅੱਜ ਹੁਣ ਮੈਂ ਪੁੱਛਣਾ ਚਾਹੁੰਦਾ ਕਿ ਕਿਆ ਹੁਣ ਉਹਨਾਂ ਨੂੰ ਵੀ ਕਿਸੇ ਨੇ ਪਰੌਂਠੀਆਂ ਖਵਾਈਆਂ? ਕੀ ਕੀਤਾ ਦੱਸੋ? ਜੋ ਜੋਸ਼ੀ ਸਾਹਿਬ ਦੇ ਵਰਡ ਸੀ, ਅੱਜ ਉਹੀ ਮੋਦੀ ਸਾਹਿਬ ਨੇ ਕਿਹਾ ਕਿ ਅਸੀਂ क्षमा ਮੰਗਦੇ ਹਾਂ, ਅਸੀਂ ਕਾਨੂੰਨ ਵਾਪਸ ਲੈਂਦੇ ਹਾਂ। ਠੀਕ ਹੈ, ਤੇ ਜੋਸ਼ੀ ਜੀ ਦਾ ਵੀ ਪਹਿਲੇ ਦਿਨ ਤੋਂ ਇਹ ਵਿਰੋਧ ਸੀ। ਕਾਰਜਕਾਰਨੀ ਦੀ ਮੀਟਿੰਗ ਦੇ ਵਿੱਚ ਵੀ ਆਵਾਜ਼ ਚੁੱਕੀ ਸੀ। ਇਹਨਾਂ ਦੀ 2017 ਤੋਂ ਵਿਰੋਧਤਾ ਚੱਲ ਰਹੀ ਸੀ, ਜਿਹੜੀ ਕਿ ਵਿਰੋਧੀ ਆਪਣਾ ਧੜਾ ਬਣਾ ਕੇ ਬੈਠੇ ਹੋਏ ਸੀ ਕਿ ਆਹ ਬੰਦੇ ਨੂੰ ਆਪਾਂ ਅੱਗੇ ਨਹੀਂ ਲੰਘਣ ਦੇਣਾ, ਕਿਉਂਕਿ ਇਹਦੀ ਲਕੀਰ ਬਹੁਤ ਲੰਬੀ ਹੈ, ਇਹਨੂੰ ਪਾਰ ਕਰਨਾ ਸੰਭਵ ਨਹੀਂ ਹੈਗਾ। ਜੇ ਇਹਨੂੰ ਆਪਾਂ ਰਸਤੇ 'ਚੋਂ ਆਪਾਂ ਪਛਾਣ ਨਹੀਂ ਕਰਾਂਗੇ ਤੇ ਅਸੀਂ ਅੱਗੇ ਨਹੀਂ ਵੱਧ ਸਕਦੇ। ਪਰ ਬੀਜੇਪੀ ਵਾਲੇ ਦਾ ਕਹਿਣਾ ਵਾ ਕਿ ਅਕਾਲੀ ਦਲ, ਕਾਂਗਰਸ, ਆਮ ਪਾਰਟੀ, ਬਸਪਾ, ਜਿੰਨੀਆਂ ਵੀ ਪਾਰਟੀਆਂ ਨੇ, ਇਹ ਖੇਤੀ ਮੁੱਦੇ ਦੇ ਉੱਤੇ ਸਿਰਫ ਰੋਟੀਆਂ ਸੇਕ ਰਹੇ ਸਨ, ਤਾਂ ਮੋਦੀ ਜੀ ਨੂੰ ਚੁੱਲ੍ਹਾ ਹੀ ਠੰਡਾ ਕਰਤਾ। ਤੁਸੀਂ ਇਹ ਵੇਖੋ, ਬੀਜੇਪੀ ਵਾਲਿਆਂ ਨੇ ਵੀ ਬੜੇ ਲੱਡੂ ਵੰਡੇ ਆ, ਆਪਣੇ ਬੀਜੇਪੀ ਦਫ਼ਤਰ ਜਾ ਕੇ ਘਰ ਘਰ ਲੋਕ, ਹਰ ਕਾਰਜਕਰਤਾ ਨੇ ਲੱਡੂ ਵੰਡੇ ਆ। ਮੈਨੂੰ ਤਾਂ ਇਹ ਸਮਝ ਨਹੀਂ ਆਈ ਲੱਡੂ ਕਿਸ ਖੁਸ਼ੀ 'ਚ ਵੰਡੇ ਆ। ਕਿਸਾਨਾਂ ਨੇ ਤਾਂ ਲੱਡੂ ਵੰਡੇ ਆ ਕਿ ਬਿੱਲ ਮਾਫ ਹੋ ਗਏ ਆ। ਇਹ ਤਾਂ ਅੜੇ ਹੋਏ ਸੀ ਕਿ ਮੁੱਦਾ ਕਿਸੇ ਕੀਮਤ 'ਤੇ ਬਿੱਲ ਵਾਪਸ ਹੋਣੇ ਹੀ ਨਹੀਂ, ਇਹ ਤਾਂ ਇਸ ਚੀਜ਼ 'ਤੇ ਅੜੇ ਰਹੇ ਸੀ, ਤੇ ਇਹਨਾਂ ਨੇ ਕਿਸ ਖੁਸ਼ੀ 'ਚ ਲੱਡੂ ਵੰਡੇ ਆ?
ਮੈਨੂੰ ਤਾਂ ਇਹ ਨਹੀਂ ਸਮਝ ਲੱਗੀ। ਤੁਸੀਂ ਯੂਥ ਅਕਾਲੀ ਦਲ ਨੂੰ ਬਿਲੋਂਗ ਕਰਦੇ ਜੇ। ਦੋ ਸਵਾਲ ਨੇ, ਦੋ ਸਵਾਲ ਕਰਕੇ ਆਪਾਂ ਆਪਣੀ ਇੰਟਰਵਿਊ ਸਮਾਪਤ ਕਰਾਂਗੇ। ਪਹਿਲਾ ਸਵਾਲ ਮੇਰਾ ਇਹ ਹੈ ਕਿ ਇੱਕ ਅਕਾਲੀ ਦਲ ਦੇ ਯੁਵਾ ਲੀਡਰ ਦੇ ਹਲਕੇ 'ਚ ਜਿਹੜੇ ਪੋਸਟਰ ਲੱਗੇ ਨੇ ਤੇ ਇੱਕ ਚਰਚਾ ਵੀ ਚੱਲ ਰਹੀ ਹੈ ਕਿ ਸ਼ਾਇਦ ਜੋਸ਼ੀ ਜੀ ਨਾਲ ਉਹਨਾਂ ਦੀ ਨਾਰਾਜ਼ਗੀ ਚੱਲ ਰਹੀ ਹੈ, ਤੁਹਾਡਾ ਉਹਨਾਂ ਦੇ ਬਾਰੇ ਕੀ ਕਹਿਣਾ? ਦੇਖੋ, ਜੇ ਕਿਸੇ ਨਾਲ ਕੋਈ ਨਾਰਾਜ਼ਗੀ ਹੈਗੀ ਹੈ, ਨਾਰਾਜ਼ਗੀਆਂ ਦੇਖੋ ਚਲਦੀਆਂ ਵੀ ਹੈ, ਪਰਿਵਾਰ ਹੈ, ਪਰਿਵਾਰਿਕ ਮੁੱਦਾ ਮਸਲਾ ਹੈ ਸਾਰਾ। ਪਰਿਵਾਰ 'ਚ ਬਹਿ ਕੇ ਮਸਲਾ ਵੀ ਹੱਲ ਸਾਰੇ ਹੋ ਜਾਂਦੇ ਆ। ਪਰਿਵਾਰ 'ਚ ਲੋਕ ਨਾਰਾਜ਼ ਵੀ ਹੁੰਦੇ ਆ, ਖੁਸ਼ ਵੀ ਹੁੰਦੇ ਆ, ਸਭ ਕੁਝ ਚੱਲਦਾ, ਪਰ ਕੋਈ ਐਡੀ ਵੱਡਾ ਮਸਲਾ ਨਹੀਂ ਹੈ। ਆਪਸ 'ਚ ਬਹਿ ਕੇ ਮਸਲੇ ਹੱਲ ਵੀ ਹੋ ਜਾਣਗੇ, ਕੋਈ ਐਸੀ ਗੱਲ ਨਹੀਂ। ਦੂਸਰਾ ਸਵਾਲ ਮੇਰਾ ਇਹ ਆ, ਉਹ ਵੀ ਯੁਵਾ ਲੀਡਰ ਜ਼ਿਲ੍ਹਾ ਪ੍ਰਧਾਨ ਸਨ ਆਪਣਾ ਗੌਤਮ ਅਰੋੜਾ ਜੀ, ਮੈਂ ਨਾਮ ਹੀ ਲਵਾਂਗਾ। ਉਹਨਾਂ ਨੇ ਕੁਝ ਪਰਸਨਲ ਟਿੱਪਣੀਆਂ ਕੀਤੀਆਂ ਸਨ। ਸਵਾਲ ਤਾਂ ਰਿੰਕੂ ਸ਼ਰਮਾ ਜੀ ਜਿਹੜੇ ਤੁਹਾਡੇ ਸਾਥੀ ਨੇ ਉਹਨਾਂ ਬਾਰੇ ਸੀ, ਪਰ ਰਿੰਕੂ ਸ਼ਰਮਾ ਜੀ ਨੇ ਉਸ ਸਵਾਲ ਦਾ ਜਵਾਬ ਨਹੀਂ ਸੀ ਦਿੱਤਾ। ਮੈਂ ਤੁਹਾਡੇ ਕੋਲੋਂ ਪੁੱਛਾਂਗਾ ਕਿ ਰਿੰਕੂ ਸ਼ਰਮਾ ਜੀ ਨੇ ਆਪਣੇ ਭਰਾ ਦੀ ਜਦੋਂ ਜਿਹੜੀ ਬਿਮਾਰੀ ਸੀ ਉਹਦੇ ਵਿੱਚ ਕਿੰਨੇ ਕੁ ਪੈਸੇ ਜਿਹੜੇ ਧੋਖੇ ਨਾਲ ਲੋਕਾਂ ਕੋਲ ਇਕੱਠੇ ਕੀਤੇ ਸਨ, ਜਿਹੜਾ ਉਹਨਾਂ ਨੇ ਇਹ ਗੱਲ ਕਹੀ ਸੀ, ਉਹ 'ਚ ਕਿੰਨੀ ਕੁ ਸੱਚਾਈ? ਦੇਖੋ ਜੀ, ਸਭ ਤੋਂ ਪਹਿਲੇ ਮੈਂ ਇਹ ਕਹਿਣਾ ਚਾਹਾਂਗਾ ਕਿ ਗੌਤਮ ਅਰੋੜਾ ਜੀ ਨੂੰ ਇਹ ਕਹਿਣਾ ਚਾਹਾਂਗੇ, ਤੁਹਾਨੂੰ ਜ਼ਿਲ੍ਹੇ ਦਾ ਪ੍ਰਧਾਨ ਬਣਾਇਆ ਹੈ, ਤੁਹਾਨੂੰ ਯੂਥ ਦਾ ਪ੍ਰਧਾਨ ਬਣਾਇਆ ਹੈ, ਤੁਸੀਂ ਯੂਥ ਦੀ ਨੁਮਾਇੰਦਗੀ ਕਰਨੀ ਹੈ, ਯੂਥ ਤੁਹਾਡੇ ਨਾਲ ਜੁੜਿਆ ਹੈ, ਪਰ ਤੁਹਾਨੂੰ ਪਤਾ ਨਹੀਂ ਕਿਸ ਤਰ੍ਹਾਂ ਗੱਦੀ 'ਤੇ ਬਿਠਾਤਾ। ਉਹ ਸਾਰੇ ਸਭ ਜਾਣਦੇ ਆ ਤੁਸੀਂ ਕਿਉਂ ਗੱਦੀ 'ਤੇ ਬੈਠੇ, ਤੁਸੀਂ ਗੱਦੀ 'ਤੇ ਬਹਿਣ ਦੇ ਲਾਇਕ ਨਹੀਂ ਗਏ, ਠੀਕ ਹੈ। ਤੁਸੀਂ ਜੇ ਮੰਨ ਲਓ ਕਿਸੇ ਨੇ ਕਿਸੇ ਦੀ ਮਦਦ ਕੀਤੀ ਵੀ ਹੈ ਦੁੱਖ ਸੁੱਖ ਦੇ ਵਿੱਚ, ਹਰ ਕੋਈ ਕਰਦਾ, ਮੇਰੀ ਵੀ ਕੋਈ ਮਦਦ ਕਰਦਾ ਦੁੱਖ ਸੁੱਖ ਦੇ, ਆ ਕੇ ਮੇਰੇ ਨਾਲ ਵੀ ਲੋਕੀ ਖਲੋਂਦੇ ਤੇ ਉਹ ਸਾਡੇ ਭਰਾ ਨਾਲ ਵੀ ਲੋਕੀ ਖਲੋਤੇ, ਤੁਸੀਂ ਕਰਕੇ ਜਿਤਾਤਾ। ਮੈਂ ਕਹਿੰਦਾ ਤੁਹਾਡੇ ਤੋਂ ਘਟੀਆ ਬੰਦਾ ਕੋਈ ਨਹੀਂ। ਅਸੀਂ ਤੁਹਾਡੀ ਜਵਾਬ ਗੱਲ ਦਾ ਇਸ ਕਰਕੇ ਨਹੀਂ ਦਿੱਤਾ ਕਿ ਸਾਨੂੰ ਇੰਨਾ ਥੱਲੇ ਲੈਵਲ 'ਤੇ ਜਾਣਾ ਸਾਨੂੰ ਨਹੀਂ ਸੰਭਵ ਹੈਗਾ ਸਾਡੇ ਕੋਲੋਂ ਕਿ ਇੱਕ ਬੰਦਾ ਮਦਦ ਕਰਕੇ ਉਹਨੂੰ ਜਿਤਾਵੇ। ਇਸ ਤੋਂ ਘਟੀਆ ਹਰਕਤ ਮੈਂ ਕਹਿੰਦਾ ਦੁਨੀਆ 'ਚ ਕੋਈ ਨਹੀਂ ਹੈਗੀ। ਸਰ ਨਾਰਥ ਤੋਂ ਅਨਿਲ ਜੋਸ਼ੀ ਜੀ 2022 ਦੇ ਕੈਂਡੀਡੇਟ ਨੇ। ਇਹਨਾਂ ਸਾਰੇ ਕੈਂਡੀਡੇਟਾਂ ਦੇ ਵਿੱਚ ਤੁਸੀਂ ਉਹਨਾਂ ਨੂੰ ਕਿੱਥੇ ਖੜਿਆ ਵੇਖਦੇ ਜੇ? ਉਹਨਾਂ ਨੂੰ ਕਿੰਨੀ ਮਿਹਨਤ ਕਰਨੀ ਪਏਗੀ? ਸਾਰੇ ਸਵਾਲ ਇਕੱਠੇ ਨੇ। ਜਿਹੜੇ ਰੁੱਸੇ ਸਾਥੀ ਨੇ ਉਹਨਾਂ ਨੂੰ ਮਨਾਉਣ ਦੇ ਲਈ ਕਿ ਤੁਹਾਡੇ ਵੱਲੋਂ, ਹਾਲਾਂਕਿ ਉਹ ਵੱਡੇ ਨੇ, ਪਰ ਫਿਰ ਵੀ ਕੋਈ ਉਹਨਾਂ ਨੂੰ ਰਿਕੁਐਸਟ ਜਾਂ ਕੋਈ ਸਲਾਹ ਦਿੱਤੀ ਜਾਵੇਗੀ? ਇਹ ਸਾਰੇ ਸਵਾਲਾਂ ਦਾ ਜਵਾਬ ਮੈਨੂੰ ਇਕੱਠਾ ਦਿਓ। 2022 'ਚ ਉਹਨਾਂ ਨੂੰ ਕਿੱਥੇ ਖੜਾ ਵੇਖਦੇ? ਜੋਸ਼ੀ ਸਾਹਿਬ ਨੂੰ ਜੋਸ਼ੀ ਸਾਹਿਬ ਨੂੰ ਦੇਖੋ ਜੀ, ਅਸੀਂ ਕੀ ਕਹਿਣਾ, ਹਲਕਾ ਪੂਰਾ ਉੱਤਰੀ ਯਾਦ ਕਰ ਰਿਹਾ, ਪੂਰਾ ਪੰਜਾਬ ਸਿਫਤਾਂ ਕਰ ਰਿਹਾ, ਪੂਰਾ ਹਲਕਾ ਉੱਤਰੀ। ਤੁਸੀਂ ਚੱਲ ਜਾਓ, ਤੁਸੀਂ ਵੀ ਨਿਊਜ਼ ਐਂਕਰ ਤੁਸੀਂ ਆਪਣਾ ਘੁੰਮਦੇ ਹੋ ਸਾਰੇ ਹਲਕਿਆਂ 'ਚ, ਤੁਸੀਂ ਅੱਜ ਕਿਸੇ ਵੀ ਹਲਕੇ 'ਚ ਕਰ ਦਿਓ, ਅੰਮ੍ਰਿਤਸਰ ਦਾ ਸਭ ਤੋਂ ਖੂਬਸੂਰਤ ਹਲਕਾ ਉੱਤਰੀ ਬਣਿਆ ਸੀ, ਜਿਹੜਾ ਜੋਸ਼ੀ ਸਾਹਿਬ ਨੇ ਸਜਾਇਆ ਸੀ ਆਪਣਾ ਪਰਿਵਾਰ ਸਮਝ ਕੇ, ਉਹਦਾ ਕੀ ਹਾਲ ਹੋ ਗਿਆ। ਅੱਜ ਲੋਕੀ ਜੋਸ਼ੀ ਸਾਹਿਬ ਨੂੰ ਯਾਦ ਕਰ ਰਹੇ ਆ। ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆ ਕੇ ਲੋਕਾਂ ਨੇ ਪੂਰਾ ਸਮਰਥਨ ਜੋਸ਼ੀ ਸਾਹਿਬ ਨੂੰ ਦਿੱਤਾ ਔਰ ਪਹਿਲੇ ਨਾਲੋਂ ਵੀ ਵੱਧ ਚੜ੍ਹ ਕੇ ਵੋਟਾਂ ਨਾਲ ਭਾਜੀ ਨੂੰ ਜਿਤਾਇਆ ਜਾਏਗਾ। ਪੂਰੇ ਜੋਸ਼ ਹੋਰ ਨਾਲ ਭਾਜੀ ਜਿੱਤ ਕੇ ਆਉਣਗੇ। ਇਹ ਸਨ ਜੀ ਸਨੀ ਚੋਪੜਾ ਜੀ, ਪਹਿਲੋਂ ਬੀਜੇਪੀ ਦੇ ਵਿੱਚ IT ਸੈੱਲ ਦੇ ਵਿੱਚ ਸਨ, ਅੱਜ ਅਨਿਲ ਜੋਸ਼ੀ ਜੀ ਦੇ ਨਾਲ ਹੀ ਇਹ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ। ਅੰਮ੍ਰਿਤਸਰ ਨਾਰਥ ਹਲਕਾ ਉੱਤਰੀ, ਜਿਹੜਾ ਅੰਮ੍ਰਿਤਸਰ ਉੱਤਰੀ ਹਲਕਾ ਬੜਾ ਖੂਬਸੂਰਤ ਹਲਕਾ ਬਣਾਇਆ ਗਿਆ ਸੀ ਇਹਨਾਂ ਵੱਲੋਂ। ਇਹ ਕਹਿਣਾ ਵਾ ਆਨੰਦ ਪਾਰਕ ਬਹੁਤ ਖੂਬਸੂਰਤ ਤਿਆਰ ਕੀਤੀ ਗਈ ਸੀ, ਪਰ ਅੱਜ ਆਨੰਦ ਪਾਰਕ ਦੀ ਹਾਲਤ ਬਹੁਤ ਹੀ ਜ਼ਿਆਦਾ ਖਸਤਾ ਹਾਲਤ ਦੇ ਵਿੱਚ ਹੋਈ ਪਈ ਹੈ। ਇਹਨਾਂ ਦਾ ਇਹ ਕਹਿਣਾ ਕਿ ਰਾਸ਼ਟਰੀ ਧਵਜ ਜਿਹੜਾ ਕਿ ਉਹ ਵੀ ਉਤਾਰ ਦਿੱਤਾ ਗਿਆ ਵਾ। ਪਾਰਕ ਦੇ ਜਿਹੜੇ ਅੰਦਰ ਜਿਹੜਾ ਫਾਊਂਟੇਨ ਚੱਲਦਾ ਸੀ ਉਹਦੇ ਚਾਰੇ ਪਾਸੇ ਜਿਹੜੇ ਜਿੰਦਰੇ ਵੱਜੇ ਸਨ ਉਹ ਵੀ ਜੰਗਾਲੇ ਗਏ ਨੇ। ਅਸੀਂ ਕੈਮਰੇ ਦੇ ਵਿੱਚ ਦਰਸ਼ਕਾਂ ਨੂੰ ਲਗਾਤਾਰ ਦਿਖਾ ਰਹੇ ਹਾਂ, ਉਹ ਜਿਹੜੇ ਜਿੰਦਰੇ ਜੰਗਾਲੇ ਹੋਏ ਵੀ ਨੇ। ਬਾਕੀ ਵੀ ਹਲਕੇ ਦੀ ਡਿਵੈਲਪਮੈਂਟ ਬਾਰੇ ਇਹਨਾਂ ਦਾ ਇਹ ਕਹਿਣਾ ਵਾ ਕਿ ਪੂਰੀ ਡਿਵੈਲਪਮੈਂਟ ਜਿਹੜੀ ਆ ਅੱਜ ਖਸਤਾ ਹਾਲਤ ਦੇ ਵਿੱਚ ਹੋ ਚੁੱਕੀ ਆ। 2022 ਦੇ ਇਲੈਕਸ਼ਨ ਨੂੰ ਲੈ ਕੇ ਇਹਨਾਂ ਦਾ ਇਹ ਕਹਿਣਾ ਕਿ ਪੂਰੀ ਜੋਸ਼ੋ ਗਰੋਸ਼ ਦੇ ਨਾਲ ਅਨਿਲ ਜੋਸ਼ੀ ਜੀ ਆ ਰਹੇ ਨੇ ਤੇ ਚਾਹੇ ਕਿੰਨੀ ਵੀ ਧੜੇਬਾਜ਼ੀ ਹੋਵੇ 2022 ਦੇ ਵਿੱਚ ਉਹ ਇਲੈਕਸ਼ਨ ਜਿੱਤਣ ਜਾ ਰਹੇ ਨੇ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਜਾ ਰਹੀ ਆ ਅਤੇ ਅਨਿਲ ਜੋਸ਼ੀ ਜੀ ਸਰਕਾਰ ਦੇ ਵਿੱਚ ਬਹੁਤ ਹੀ ਉੱਚ ਅਹੁਦੇ ਕੈਬਨਿਟ ਮੰਤਰੀ ਦੇ ਤੌਰ ਤੇ ਹਲਕੇ ਦੇ ਵਿੱਚ ਵਿਚਰਨਗੇ, ਪੰਜਾਬ ਦੇ ਵਿੱਚ ਵਿਚਰਨਗੇ। ਕੈਮਰਾਮੈਨ ਹਰਪ੍ਰੀਤ ਦੇ ਨਾਲ ਪਰਮਜੀਤ ਸਿੰਘ, ਚੈਨਲ AK1 ਜੀ।